ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਅੱਜ ਦੀ ਗੁਰਮਤਿ ਕਲਾਸ ਵਿੱਚ ਆਪ ਜੀ ਨੂੰ ਜੀ ਆਇਆਂ। ਅੱਜ ਸ਼ੁੱਕਰਵਾਰ ਅਸੀਂ ਗੁਰਬਾਣੀ ਦੇ ਸ਼ੁੱਧ ਉਚਾਰਨ ਦੇ ਕੁਝ ਨਿਯਮ ਹਨ, ਉਹ ਸਾਧ ਜਗੀਰ ਸਿੰਘ ਜੀ ਪਾਸੋਂ ਸਿੱਖਾਂਗੇ। ਗੁਰਬਾਣੀ ਵਿੱਚ ਅਦਕ ਦੀ ਵਰਤੋਂ ਹੈ, ਆਮ ਤੌਰ ਤੇ ਸਾਨੂੰ ਦੇਖਣ 'ਚ ਨਹੀਂ ਮਿਲਦੀ, ਪਰ ਅਦਕ ਦਾ ਉਚਾਰਨ ਕਿਵੇਂ ਹੋਣਾ ਹੈ, ਕਿਸ ਤਰ੍ਹਾਂ ਹੋਣਾ ਹੈ, ਕਿੱਥੇ ਨਹੀਂ ਹੋਣਾ, ਇਹ ਕੁਛ ਜ਼ਰੂਰੀ ਨੁਕਤੇ ਹਨ ਜਿਹੜੇ ਸਾਨੂੰ ਸਮਝਣ ਦੀ ਲੋੜ ਹੈ। ਇਸੇ ਤਰ੍ਹਾਂ ਬਿੰਦੀ ਦਾ ਉਚਾਰਨ ਹੈ, ਬਿੰਦੀ ਦਾ ਉਚਾਰਨ ਕਿੱਥੇ ਹੈ, ਨਾਸਕੀ ਹੈ, ਕਿਵੇਂ ਹੋਣਾ, ਕਿਸ ਤਰ੍ਹਾਂ ਬੋਲੀ ਜਾਏਗੀ, ਇਹ ਸ਼ਬਦਾਂ ਦਾ ਉਚਾਰਨ ਕਿਸ ਤਰ੍ਹਾਂ ਹੋਏਗਾ, ਇਹ ਨੁਕਤੇ ਹਨ। ਇਹ ਅਹਿਮ ਵਿਸ਼ਾ ਸਾਧ ਜਗੀਰ ਸਿੰਘ ਜੀ ਜੋ ਪਟਿਆਲੇ ਤੋਂ ਸਾਡੇ ਨਾਲ ਹਨ, ਉਹ ਨਿਭਾਉਣਗੇ। ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦੇ ਇਸ ਗੁਰਬਾਣੀ ਦੇ ਸ਼ੁੱਧ ਉਚਾਰਨ ਦੇ ਜੋ ਨਿਯਮ ਹਨ ਉਹ ਸਾਡੇ ਨਾਲ ਸਾਂਝੇ ਕਰਨ। ਅਦਕ ਤੇ ਬਿੰਦੀ ਕੁਛ ਨਿਯਮ ਜਿਹੜੇ ਹਨ ਉਹ ਆਪ ਜੀ ਦੇ ਬੇਨਤੀ ਕਰ ਰਿਹਾ ਹਾਂ ਕਿ ਆਪ ਜੀ ਸਾਡੇ ਨਾਲ ਸਾਂਝੇ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੂਲ ਮੰਤਰ ਦਾ ਆਪਾਂ ਪਾਠ ਕਰ ਲਈਏ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਮਤਿ ਕਲਾਸ ਦੇ ਵਿੱਚ ਜੀ ਆਪਾਂ ਗੁਰਬਾਣੀ ਦਾ ਸ਼ੁੱਧ ਉਚਾਰਨ ਕਿਤਾਬ ਜਿਹੜੀ ਸਿੱਖ ਮਿਸ਼ਨਰੀ ਕਾਲਜ ਵਾਲਿਆਂ ਨੇ ਛਾਪੀ ਹੈ, ਉਹਦੇ ਵਿੱਚੋਂ ਹੀ ਅਦਕ ਦਾ ਤੇ ਬਿੰਦੀ ਦਾ ਉਚਾਰਨ ਬਾਰੇ ਵਿਚਾਰ ਕਰਾਂਗੇ। ਅਦਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਵੀ ਨਹੀਂ ਲੱਗੀ ਹੋਈ। ਉਸ ਟਾਈਮ ਅਦਕ ਦਾ ਰਿਵਾਜ ਹੀ ਨਹੀਂ ਸੀ ਹੁੰਦਾ ਤੇ ਅਦਕ ਬੋਲੀ ਜਾਂਦੀ ਸੀਗੀ। ਤਾਂ ਜਿੱਥੇ ਜਿੱਥੇ ਜਿਹੜੇ ਸ਼ਬਦ ਅਸੀਂ ਅਦਕ ਲਾ ਕੇ ਬੋਲਦੇ ਹਾਂ, ਅਗਰ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਜਾਣ ਤਾਂ ਉੱਥੇ ਅਦਕ ਲਾ ਕੇ ਹੀ ਉਚਾਰਨ ਸ਼ੁੱਧ ਹੋਏਗਾ। ਜੇ ਅਸੀਂ ਅਦਕ ਨਹੀਂ ਲਾਵਾਂਗੇ ਤਾਂ ਉਚਾਰਨ ਦੇ ਵਿੱਚ ਵੀ ਤੇ ਅਰਥ ਦੇ ਵਿੱਚ ਵੀ ਫਰਕ ਪੈ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਪਵਿੱਤਰ ਗੁਰਬਾਣੀ ਦੀ ਲਿਖਣ ਸ਼ੈਲੀ ਅਨੁਸਾਰ ਕਿਸੇ ਵੀ ਥਾਂ ਅਦਕ ਦੀ ਵਰਤੋਂ ਨਹੀਂ ਕੀਤੀ ਗਈ, ਪਰ ਉਚਾਰਨ ਸਮੇਂ ਅਦਕ ਦੀ ਵਰਤੋਂ ਆਮ ਕੀਤੀ ਜਾਂਦੀ ਹੈ। ਜੇ ਲੋੜੀਂਦੇ ਥਾਵਾਂ ਤੇ ਅਦਕ ਦਾ ਉਚਾਰਨ ਨਾ ਕੀਤਾ ਜਾਵੇ ਤਾਂ ਅਰਥ ਅਤੇ ਉਚਾਰਨ ਗਲਤ ਹੋ ਜਾਂਦਾ ਹੈ। ਹੁਣ ਹੇਠਾਂ ਕੁਝ ਵੰਨਗੀਆਂ ਦਿੰਦੇ ਹਾਂ। ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ। ਦੂਜੀ ਪੰਕਤੀ ਹੈ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਵਗ। ਇਹ ਹੈ, ਗਲੀ ਪੇਸਟਣਾ ਜਾਈਏ ਛੁੱਟੇ ਸੱਚ ਕਮਾਏ। ਇਹ ਤਿੰਨ ਪੰਕਤੀਆਂ ਹਨ। ਇਹਨਾਂ ਤਿੰਨਾਂ ਪੰਕਤੀਆਂ ਦੇ ਵਿੱਚ ਗਲੀ ਸ਼ਬਦ ਆਇਆ। ਗੱਗਾ ਲੱਲੇ ਨੂੰ ਬਿਹਾਰੀ ਗਲੀ। ਪਹਿਲੀ ਪੰਕਤੀ ਦੇ ਵਿੱਚ ਵੀ ਗਲੀ ਆਇਆ, ਦੂਜੀ ਪੰਕਤੀ ਵਿੱਚ ਵੀ ਗਲੀ ਆਇਆ, ਤੀਜੀ ਪੰਕਤੀ ਦੇ ਵਿੱਚ ਵੀ ਗਲੀ ਆਇਆ। ਲੇਕਿਨ ਪਹਿਲੀ ਪੰਕਤੀ ਵਿੱਚ ਅਰਥ ਹੋਰ ਹੈ, ਉਚਾਰਨ ਹੋਰ ਹੈ। ਦੂਜੀ ਪੰਕਤੀ ਦੇ ਵਿੱਚ ਅਰਥ ਹੋਰ ਹੈ, ਉਚਾਰਨ ਵੀ ਹੋਰ ਹੈ। ਤੀਜੀ ਪੰਕਤੀ ਦੇ ਵਿੱਚ ਅਰਥ ਹੋਰ ਹੈ, ਉਚਾਰਨ ਵੀ ਹੋਰ ਹੈ। ਹੁਣ ਇਹਨੂੰ ਸਮਝਣ ਵਾਸਤੇ ਇਸ ਦਾ ਉਚਾਰਨ ਕਿੱਦਾਂ ਕਰਨਾ, ਪਹਿਲਾਂ ਇਸ ਦੇ ਅਰਥ ਕਰਾਂਗੇ। ਅਰਥ ਦੇ ਮੁਤਾਬਕ ਹੀ ਉਚਾਰਨ ਹੋਏਗਾ ਜੀ। ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ। ਗਲੀ ਹੁੰਦਾ ਰਸਤਾ ਜੀ। ਇਸ ਪੰਕਤੀ ਦੇ ਵਿੱਚ ਗਲੀ ਦਾ ਅਰਥ ਹੈ ਘਰਾਂ ਦੇ ਨੇੜੇ ਤੰਗ ਰਸਤਾ ਜਾਂ ਬੀਹੀ ਕਹਿੰਦੇ ਨੇ ਆਪਾਂ। ਇੱਥੇ ਗਲੀ ਦਾ ਉਚਾਰਨ ਅਦਕ ਲਾ ਕੇ ਨਹੀਂ ਕਰਨਾ, ਉਚਾਰਨ ਹੋਵੇਗਾ ਗਲੀ। ਨਾ ਬਿੰਦੀ ਲਾਣੀ ਹੈ, ਨਾ ਅਦਕ ਲਾਣੀ ਹੈ। ਜਿੱਦਾਂ ਲਿਖਿਆ ਹੋਇਆ ਉਦਾਂ ਹੀ ਪਾਠ ਕਰਨਾ, ਗਲੀ। ਦੂਸਰੀ ਪੰਕਤੀ ਦੇ ਵਿੱਚ ਹੈਗਾ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਵਗ। ਇੱਥੇ ਗਲੀ ਦਾ ਮਤਲਬ ਗਲਾਂ ਦੇ ਵਿੱਚ। ਇੱਥੇ ਪਾਠ ਜਿਹੜਾ ਹੈਗਾ ਉਹ ਅਸੀਂ ਲੱਲੇ ਨੂੰ ਬਿਹਾਰੀ ਉੱਤੇ ਬਿੰਦੀ ਲਾ ਕੇ ਗਲੀ ਪਾਠ ਕਰਾਂਗੇ, ਅਦਕ ਨਹੀਂ ਲਾਣੀ ਹੈਗੀ।
ਲੱਲੇ ਦੀ ਜਿਹੜੀ ਬਿਹਾਰੀ ਆ ਉਹਦੇ ਤੇ ਬਿੰਦੀ ਲਾ ਕੇ ਗਲੀ ਮੈਨੇ ਗਲਾਂ ਵਿੱਚ ਇਹਦਾ ਉਚਾਰਨ ਕਰਾਂਗੇ ਜੀ। ਤੀਸਰੀ ਪੰਕਤੀ ਦੇ ਵਿੱਚ ਹੈਗਾ ਜੀ, ਗੱਲੀ ਪਿਸਤਨਾ ਜਾਈਐ ਛੁੱਟੇ ਸੱਚ ਕਮਾਏ। ਇੱਥੇ ਗਲੀ ਦਾ ਮਤਲਬ ਗੱਲਾਂ ਦੇ ਨਾਲ, ਵੀ ਗੱਲਾਂ ਦੇ ਨਾਲ ਪਿਸਤ ਵਿੱਚ ਨਹੀਂ ਜਾਇਆ ਜਾਂਦਾ, ਸੱਚ ਨੂੰ ਕਮਾਉਣ ਦੇ ਨਾਲ ਹੀ ਗੱਲ ਬਣਦੀ ਹੈ। ਇੱਥੇ ਜਿਹੜਾ ਗਲੀ ਲਿਖਿਆ ਹੋਇਆ ਇਹਦੇ ਤੇ ਅਦਕ ਵੀ ਲਾਣੀ ਹੈ ਤੇ ਲੱਲੇ ਨੂੰ ਬਿਹਾਰੀ ਦੇ ਨਾਲ ਤੇ ਬਿੰਦੀ ਵੀ ਲਾਣੀ ਹੈ। ਪਾਠ ਕਰਾਂਗੇ ਗੱਲੀ ਜੀ। ਤੇ ਇਹਨਾਂ ਤਿੰਨਾਂ ਪੰਕਤੀਆਂ ਦੇ ਵਿੱਚ ਗਲੀ ਦਾ ਵੱਖਰਾ ਵੱਖਰਾ ਉਚਾਰਨ ਹੋ ਗਿਆ ਤੇ ਵੱਖਰਾ ਵੱਖਰਾ ਇਹਨਾਂ ਦਾ ਅਰਥ ਹੋ ਗਿਆ। ਇਸ ਤਰ੍ਹਾਂ ਪਹਿਲਾਂ ਅਸੀਂ ਪਾਠ ਗੁਰਬਾਣੀ ਦੀ ਕੋਈ ਵੀ ਤੁਕ ਹੋਵੇ ਜਿਹਦਾ ਸ਼ੁੱਧ ਉਚਾਰਨ ਕਰਨਾ, ਪਹਿਲਾਂ ਸਾਨੂੰ ਉਹਦੇ ਅਰਥ ਕਰਨੇ ਚਾਹੀਦੇ ਹਨ, ਫਿਰ ਸਾਨੂੰ ਪਤਾ ਲੱਗੇਗਾ ਵੀ ਇਹਦਾ ਅਰਥ ਕੀ ਹੈ ਜੀ। ਅੱਗੇ ਜੇਕਰ ਅਸੀਂ ਲੋੜੀ ਦੇ ਥਾਵਾਂ ਤੇ ਅਦਕ ਨਹੀਂ ਵਰਤਦੇ ਤਾਂ ਜਿੱਥੇ ਪਾਠ ਦਾ ਉਚਾਰਨ ਅਸ਼ੁੱਧ ਹੋ ਜਾਵੇਗਾ ਉੱਥੇ ਅਰਥ ਵੀ ਗਲਤ ਹੋ ਜਾਣਗੇ। ਅਜਿਹੀ ਕਿਸਮ ਦੇ ਹੋਰ ਵੀ ਅਨੇਕਾਂ ਸ਼ਬਦ ਗੁਰਬਾਣੀ ਵਿੱਚ ਆਏ ਹਨ, ਜਿਨ੍ਹਾਂ ਸ਼ਬਦਾਂ ਜੋੜ ਇੱਕੋ ਜਿਹਾ ਹੋਣ ਦੇ ਬਾਵਜੂਦ ਇੱਕ ਸ਼ਬਦ ਤੇ ਅਦਕ ਦਾ ਉਚਾਰਨ ਕਰਨਾ ਹੈ ਤੇ ਦੂਜੇ ਕਿਸਮ ਦੇ ਦੂਜੇ ਸ਼ਬਦ ਤੇ ਅਦਕ ਦਾ ਉਚਾਰਨ ਨਹੀਂ ਕਰਨਾ। ਜਿਵੇਂ ਕਈ ਥਾਂ ਦੇ ਉੱਤੇ ਹੁੰਦਾ ਸਤ, ਸਤ ਦਾ ਸਤ, ਤੇ ਫਿਰ ਲਿਖਿਆ ਸਤ, ਉੱਤੇ ਅਦਕ ਲਿਖੀ ਹੁੰਦੀ ਹੈ। ਇਹਨਾਂ ਦੋਹਾਂ ਦੇ ਅਰਥਾਂ ਵਿੱਚ ਫਰਕ ਹੈ, ਉਚਾਰਨ ਵਿੱਚ ਵੀ ਫਰਕ ਹੈ, ਅਰਥਾਂ ਵਿੱਚ ਵੀ ਫਰਕ ਹੈ। ਮਤਾ ਮੱਤਾ, ਸਦ ਸਦ, ਸਿੱਖ ਸਿੱਖ, ਮਦ ਮਦ, ਪਗ ਪੱਗ, ਖਟ ਖੱਟ, ਮਲ ਮਲ, ਕਲ ਕਲ। ਇਹਨਾਂ ਸਾਰੇ ਜਿਹੜੇ ਸ਼ਬਦ ਹੈਗੇ ਨੇ ਇਹਨਾਂ ਦੇ ਅਰਥਾਂ ਵਿੱਚ ਵੀ ਫਰਕ ਹੈ, ਉਚਾਰਨ ਵਿੱਚ ਵੀ ਫਰਕ ਹੈ। ਹੁਣ ਅਦਕ ਤਾਂ ਗੁਰੂ ਗ੍ਰੰਥ ਸਾਹਿਬ ਕਿਤੇ ਵੀ ਨਹੀਂ ਲੱਗੀ, ਪਹਿਲਾਂ ਅਸੀਂ ਅਰਥ ਕਰਾਂਗੇ ਫਿਰ ਇਹਦੇ ਦੇਖਾਂਗੇ ਇਹਦਾ ਅਰਥ ਕੀ ਬਣਦਾ, ਫਿਰ ਉਹਦੇ ਹਿਸਾਬ ਨਾਲ ਆਪਾਂ ਬਿੰਦੀ ਲਾਣੀ ਅਦਕ ਲਾਣੀ ਹੈ ਜਾਂ ਨਹੀਂ ਲਾਣੀ, ਫਿਰ ਡਿਸਾਈਡ ਕਰਦੇ ਹਾਂ। ਹੁਣ ਕਈ ਅਣਜਾਣ ਪਾਠੀ ਜਿਨ੍ਹਾਂ ਸ਼ਬਦਾਂ ਉੱਪਰ ਅਦਕ ਦਾ ਉਚਾਰਨ ਨਹੀਂ ਕਰਨਾ ਹੁੰਦਾ, ਉਹਨਾਂ ਸ਼ਬਦਾਂ ਉੱਪਰ ਅਦਕ ਦਾ ਉਚਾਰਨ ਕਰਕੇ ਸ਼ਬਦ ਦੇ ਸਹੀ ਰੂਪ ਅਤੇ ਸਹੀ ਅਰਥ ਨੂੰ ਵਿਗਾੜ ਦਿੰਦੇ ਹਨ। ਵੀ ਜਿੱਥੇ ਅਦਕ ਨਹੀਂ ਲਾਉਣੀ ਉੱਥੇ ਵੀ ਅਦਕ ਲਾ ਲੈਂਦੇ ਨੇ। ਜਿਸ ਤਰ੍ਹਾਂ ਖਤੇ ਨੂੰ ਖੱਤੇ ਪੜ੍ਹਨਾ ਅਸ਼ੁੱਧ ਹੈ, ਲਿਖਿਆ ਹੈਗਾ ਖਤੇ, ਅਦਕ ਨਹੀਂ ਲੱਗੀ ਹੋਈ, ਪਰ ਕਈ ਪਾਠੀ ਖੱਤੇ ਪਾਠ ਕਰਦੇ ਨੇ। ਜਿਸ ਤਰ੍ਹਾਂ ਅਸੀਂ ਖੱਤੇ ਬਹੁਤ ਕਮਾਉਂਦੇ, ਅਸੀਂ ਇਹ ਖੱਤੇ ਪਾਠ ਨਹੀਂ ਕਰਨਾ ਹੈਗਾ, ਅਸੀਂ ਖਤੇ ਅਦਕ ਨਹੀਂ ਲਾਣੀ ਇੱਥੇ, ਪਰ ਆਮ ਲਾ ਲੈਂਦੇ ਨੇ। ਇਹ ਪਾਠ ਦਾ ਕਹ ਅਸੀਂ ਖਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ, ਹਉ ਪਾਪੀ ਬੜ ਗੁਣਗਾਰ। ਇੱਥੇ ਖੱਤੇ ਪਾਠ ਨਹੀਂ ਕਰਨਾ, ਅਦਕ ਨਹੀਂ ਲਾਣੀ ਹੈਗੀ, ਅਸਲ ਅੱਖਰ ਹੈਗਾ ਖਤੇ। ਇੱਕ ਹੈਗਾ ਨਹਤੇ, ਇਹਨੂੰ ਨਹੱਥੇ ਪਾਠ ਕਰਨਾ ਸ਼ੁੱਧ ਹੈ, ਗਲਤ ਹੈ, ਅਦਕ ਨਹੀਂ ਲਾਣੀ ਹੈਗੀ। ਖਤੇ ਪਾਠ ਨਹੱਥੇ ਪਾਠ ਕਰਨਾ, ਨਹੱਥੇ ਨਹੀਂ ਕਰਨਾ। ਇਸ ਤਰ੍ਹਾਂ ਕੁਹਥੀ, ਇਹਨੂੰ ਕੁਹਥੀ ਨਹੀਂ ਪੜ੍ਹਨਾ, ਉੱਤੇ ਅਦਕ ਨਹੀਂ ਲਾਣੀ ਹੈਗੀ। ਕੁਹਥੇ ਕੁਹਥੜੇ ਨਹੀਂ ਪੜ੍ਹਨਾ, ਇਹ ਸਾਰੇ ਸ਼ਬਦ ਬਿਨਾਂ ਅਦਕ ਤੋਂ ਪੜ੍ਹਨੇ ਨੇ। ਮਣਕੜਾ, ਮਣਕੜਾ ਮਣਕਾ ਹੁੰਦਾ, ਇਹਨੂੰ ਮਣਕੜਾ ਨਹੀਂ ਬੋਲਣਾ ਹੈਗਾ। ਇਸ ਤਰ੍ਹਾਂ ਜਿਹੜੇ ਜਿਹੜੇ ਸ਼ਬਦ ਅਸੀਂ ਬਿੰਦੀ ਟਿੱਪੀ ਲਾਉਣੀ ਆ ਉੱਥੇ ਹੀ ਟਿੱਪੀ ਲਾਉਣੀ ਹੈ, ਜਿੱਥੇ ਟਿੱਪੀ ਦੇ ਜਿਹੜੇ ਸ਼ਬਦ ਟਿੱਪੀ ਨਾਲ ਨਹੀਂ ਬੋਲੇ ਜਾਂਦੇ ਉਸੇ ਟਿੱਪੀ ਨਹੀਂ ਲਾਉਣੀ ਹੈਗੀ। ਹੁਣ ਪੰਜਾਬੀ ਦੇ ਵਿੱਚ ਹੁਣ ਸਾਨੂੰ ਕੀ ਪਤਾ ਲੱਗੇਗਾ ਵੀ ਇੱਥੇ ਕਿਹੜਾ ਸ਼ਬਦ ਅਦਕ ਲਾਣੀ ਹੈ, ਕਿੱਥੇ ਨਹੀਂ ਲਾਣੀ ਹੈਗੀ। ਇਹਦੀ ਇੱਕ ਸੌਖਾ ਤਰੀਕਾ ਇਹ ਹੈ ਵੀ ਜਿਹੜੇ ਜਿਹੜੇ ਸ਼ਬਦ ਪੰਜਾਬੀ ਦੇ ਵਿੱਚ ਅਦਕ ਨਾਲ ਲਿਖੇ ਜਾਂਦੇ ਨੇ, ਜੇਕਰ ਉਹ ਸ਼ਬਦ ਗੁਰਬਾਣੀ ਵਿੱਚ ਆ ਜਾਣ, ਕਿਤੇ ਵੀ ਆ ਜਾਣ, ਤਾਂ ਉੱਥੇ ਅਦਕ ਲਾ ਕੇ ਹੀ ਉਚਾਰਨ ਕਰਨਾ। ਜਿਸ ਤਰ੍ਹਾਂ ਆਪਾਂ ਕਹਿੰਦੇ ਜੀ ਅੱਖ, ਹੱਥ, ਮਤਲਬ ਅੱਖ ਨੂੰ ਹਿੰਦੀ 'ਚ ਆਪਾਂ ਆਂਖ ਕਹਿ ਦਿੰਦੇ ਹਾਂ, ਹੱਥ ਨੂੰ ਹਾਥ ਕਹਿ ਦਿੰਦੇ ਹਾਂ। ਇਹ ਗੱਲ ਦਾ ਧਿਆਨ ਰੱਖਣਾ, ਗੁਰਬਾਣੀ ਦੇ ਵਿੱਚ ਜ਼ਿਆਦਾਤਰ ਤੇ ਹਿੰਦੀ ਵਰਤੀ ਗਈ ਹੈ। ਕਿਉਂ? ਸਾਰੇ ਹਿੰਦੁਸਤਾਨ ਜਿੱਥੇ ਗੁਰੂ ਸਾਹਿਬ ਗਏ ਨੇ, ਪੰਜਾਬ 'ਚ ਤਾਂ ਪੰਜਾਬੀ ਬੋਲੀ ਜਾਂਦੀ ਹੈ, ਬਾਕੀ ਸਾਰੇ ਥਾਵਾਂ ਤੇ ਹਿੰਦੀ ਬੋਲੀ ਜਾਂਦੀ ਹੈ। ਜਿੱਥੇ ਜਿੱਥੇ ਵੀ ਗੁਰੂ ਸਾਹਿਬ ਗਏ ਨੇ ਉਸੇ ਬੋਲੀ ਦੇ ਵਿੱਚ ਹੀ ਉਹਨਾਂ ਨੇ ਮਤਲਬ ਉਚਾਰਨ ਕੀਤਾ ਬਾਣੀ ਦਾ। ਇਸ ਲਈ ਹੱਥ ਨੂੰ ਹਾਥ ਲਿਖਿਆ ਹੋਇਆ ਗੁਰਬਾਣੀ ਵਿੱਚ ਜ਼ਿਆਦਾਤਰ ਤੇ। ਪਰ ਬਾਈ ਚਾਂਸ ਕਿਤੇ ਅੱਖ, ਹੱਥ, ਨੱਕ, ਲੱਤ, ਸੱਚ, ਰੱਬ, ਖੱਟਾ, ਮੱਥਾ, ਬਿੱਲਾ ਜੀ, ਤੇ ਮਿੱਠਾ, ਚਿੱਟਾ, ਸਿੱਖੀ, ਰੱਸੀ, ਕੱਚੀ, ਚੱਕੀ, ਮੱਕੀ, ਹੱਟੀ, ਤੱਤੀ, ਖੱਟੀ, ਹੱਥੀ, ਟੁੱਟੀ, ਭੁੱਖ, ਦੁੱਖ, ਲੱਡੂ,
ਡੱਡੂ ਹੈ ਜੀ, ਤਿੱਤਰ, ਮਿੱਤਰ, ਕਿੱਕਰ, ਗਿੱਦੜ, ਅੱਖਰ, ਖੱਦਰ, ਚੱਕਰ, ਪੱਥਰ, ਮੱਛਰ, ਝੱਖੜ, ਟੱਬਰ, ਮੱਖਣ, ਦੱਖਣ, ਪੱਤਰੀ, ਪੁੱਤਰ, ਕੁੱਕੜ, ਪਵਿੱਤਰ, ਸੁਮਿੱਤਰ, ਚਰਿੱਤਰ, 78, ਸੁਪੁੱਤਰ, ਸੁਲੱਖਣੀ, ਸਰਬੱਤ, ਪ੍ਰਵੱਤ, ਮਿੱਤਰਤਾ ਆਦਿ ਇਹ ਸਾਰੇ ਸ਼ਬਦ ਟਿੱਪੀ ਦੇ ਨਾਲ ਲਿਖੇ ਜਾਂਦੇ ਨੇ। ਇਹਨਾਂ ਚੋਂ ਕੋਈ ਵੀ ਸ਼ਬਦ ਅਗਰ ਗੁਰਬਾਣੀ ਵਿੱਚ ਆ ਜਾਂਦਾ ਤਾਂ ਅਸੀਂ ਉੱਥੇ ਟਿੱਪੀ ਲਾ ਕੇ ਹੀ ਪਾਠ ਕਰਨਾ। ਇਹੀ ਸ਼ਬਦ ਨਹੀਂ ਹੈਗੇ ਤਾਂ ਇੱਕ ਐਗਜ਼ਾਮਪਲ ਹੈ, ਸੈਂਕੜੇ ਹੀ ਸ਼ਬਦ ਨੇ, ਹਜ਼ਾਰਾਂ ਹੀ ਸ਼ਬਦ ਨੇ, ਬੇਅੰਤ ਨੇ। ਮਤਲਬ ਕੋਈ ਵੀ ਸ਼ਬਦ ਜਿਹੜਾ, ਇਹਦਾ ਨਿਯਮ ਇਹ ਹੈ ਵੀ ਜਿਹੜਾ ਵੀ ਸ਼ਬਦ ਅਸੀਂ ਅਧਿਕ ਲਾ ਕੇ ਪੰਜਾਬੀ ਵਿੱਚ ਬੋਲਦੇ ਹਾਂ ਉਹ ਜੇ ਗੁਰਬਾਣੀ ਵਿੱਚ ਆ ਜਾਵੇ ਤਾਂ ਉੱਥੇ ਅਧਿਕ ਲਾ ਕੇ ਹੀ ਪਾਠ ਕਰਨਾ ਹੈ ਜੀ। ਉਸ ਤੋਂ ਬਾਅਦ ਜੀ ਅੱਗੇ ਆ ਗਿਆ ਜੀ ਟਿੱਪੀ ਦਾ। ਹੁਣ ਆ ਗਿਆ ਜੀ ਬਿੰਦੀ ਦੀ ਵਰਤੋਂ ਜੀ। ਗੁਰਬਾਣੀ ਦੀ ਲਿਖਾਈ ਅੰਦਰ ਇਹ ਨਿਯਮ ਵਰਤਿਆ ਗਿਆ ਹੈ ਕਿ ਸ਼ਬਦਾਂ ਨੂੰ ਇੱਕ ਥਾਂ ਤੇ ਬਿੰਦੀ ਸਹਿਤ ਅਤੇ ਦੂਜੀ ਥਾਂ ਤੇ ਉਹਨਾਂ ਹੀ ਸ਼ਬਦਾਂ ਨੂੰ ਬਿੰਦੀ ਬਿਨਾ ਲਿਖਿਆ ਹੋਇਆ ਹੈ। ਫਿਰ ਵੀ ਸ਼ਬਦਾਂ ਦੇ ਦੋਹਾਂ ਸਰੂਪਾਂ ਦਾ ਅਰਥਾਂ ਵਿੱਚ ਕਿਸੇ ਪ੍ਰਕਾਰ ਦਾ ਫਰਕ ਨਹੀਂ, ਮਤਲਬ ਅਰਥ ਵਿੱਚ ਕੋਈ ਫਰਕ ਨਹੀਂ ਹੈਗਾ। ਕਈ ਥਾਂ ਦੇ ਉੱਤੇ ਬਿੰਦੀ ਲੱਗੀ ਹੋਈ ਹੈ, ਕਈ ਥਾਂ ਦੇ ਉੱਤੇ ਬਿੰਦੀ ਨਹੀਂ ਲੱਗੀ। ਅਜਿਹੇ ਸ਼ਬਦਾਂ ਦੇ ਅਰਥ ਕਰਨ ਵਾਸਤੇ ਉਹਨਾਂ ਪਰ ਬਿੰਦੀ ਅਧਿਕ ਅਤੇ ਪੈਰ ਵਿੱਚ ਹਾਹਾ ਲੱਗਿਆ ਹੋਇਆ ਸਮਝ ਕੇ ਪਿੱਛੋਂ ਜਦ ਭਾਵ ਸਮਝਾਇਆ ਜਾਣਾ ਹੈ ਤੇ ਉਹਨਾਂ ਮਾਤਰਾ ਦੀ ਵਰਤੋਂ ਕੀਤੇ ਬਿਨਾ ਕੰਮ ਚੱਲ ਨਹੀਂ ਸਕਦਾ, ਤਾਂ ਪਹਿਲਾਂ ਤੋਂ ਹੀ ਉਹਨਾਂ ਨੂੰ ਲੱਗੀਆਂ ਹੋਈਆਂ ਸਮਝ ਕੇ ਸ਼ਬਦਾਂ ਦਾ ਸ਼ੁੱਧ ਉਚਾਰਨ ਕਿਉਂ ਨਾ ਕੀਤਾ ਜਾਵੇ। ਮਤਲਬ ਇਹ ਹੈ ਵੀ ਕਈ ਜਦੋਂ ਅਰਥ ਕਰਦੇ ਨੇ ਉਦੋਂ ਤਾਂ ਬਿੰਦੀ ਲਾ ਲੈਂਦੇ ਨੇ, ਜਦੋਂ ਪਾਠ ਕਰਦੇ ਨੇ ਉਦੋਂ ਬਿੰਦੀ ਨਹੀਂ ਲਾਉਂਦੇ ਹੈਗੇ। ਇੱਥੇ ਇਹ ਲਿਖਿਆ ਹੋਇਆ ਵੀ ਉੱਥੇ ਵੀ ਪਾਠ ਕਰਨ ਵਾਲੇ ਵੇਲੇ ਵੀ ਬਿੰਦੀ ਲਾ ਲੈਣੀ ਚਾਹੀਦੀ ਹੈ। ਜਿਨ੍ਹਾਂ ਸ਼ਬਦਾਂ ਵਿੱਚ ਲੋੜੀ ਦੀਆਂ ਥਾਵਾਂ ਉੱਪਰ ਬਿੰਦੀਆਂ ਨਹੀਂ ਲਗਾਈਆਂ ਗਈਆਂ ਉਹਨਾਂ ਥਾਵਾਂ ਤੇ ਬਿੰਦੀਆਂ ਦਾ ਉਚਾਰਨ ਹੀ ਅਰਥ ਨੂੰ ਸ਼ੁੱਧ ਕਰਦਾ ਹੈ। ਬਿੰਦੀ ਦੇ ਨਾ ਉਚਾਰਨ ਦੀ ਸੂਰਤ ਵਿੱਚ ਅਰਥ ਹੋਰ ਰੂਪ ਧਾਰਨ ਕਰ ਜਾਂਦਾ ਹੈ। ਜਿਵੇਂ ਕਿ ਹੁਣ ਐਗਜ਼ਾਮਪਲਾਂ ਨੇ ਗੁਰਬਾਣੀ ਦੇ ਵਿੱਚ ਕਈ ਥਾਂ ਤੇ ਬਿੰਦੀ ਲੱਗੀ ਹੈ, ਕਈ ਥਾਂ ਦੇ ਉੱਤੇ ਬਿੰਦੀ ਨਹੀਂ ਲੱਗੀ ਹੋਈ। ਹੁਣ ਪਹਿਲਾਂ ਅਸੀਂ ਅਰਥ ਕਰਾਂਗੇ, ਫਿਰ ਉਹਦਾ ਅਰਥ ਦੇਖਾਂਗੇ ਕੀ ਹੈ। ਤੇ ਜੇ ਜਿੱਥੇ ਅਸੀਂ ਜਿਹੜੇ ਸ਼ਬਦ ਅਸੀਂ ਬਿੰਦੀ ਲਾ ਕੇ ਬੋਲਦੇ ਹਾਂ ਉੱਥੇ ਬਿੰਦੀ ਲਾ ਕੇ ਹੀ ਪਾਠ ਕਰਨਾ ਚਾਹੀਦਾ। ਉਸੇ ਉਚਾਰਨ ਵਿੱਚ ਵੀ ਫਰਕ ਪੈ ਜਾਏਗਾ ਤੇ ਉਹਦੇ ਅਰਥਾਂ ਵਿੱਚ ਵੀ ਫਰਕ ਪੈ ਜਾਏਗਾ। ਪਹਿਲੀ ਐਗਜ਼ਾਮਪਲ ਹੈ ਸਾਈ ਦੀ। ਜੋ ਤੁਧ ਭਾਵੈ ਸਾਈ ਭਲੀ ਕਾਰ ਜੀ। ਇੱਥੇ ਸਾਈ ਦਾ ਮਤਲਬ ਹੈ ਉਹ, ਜਿੱਦਾਂ ਲਿਖਿਆ ਹੋਇਆ ਉਦਾਂ ਹੀ ਪਾਠ ਕਰਨਾ, ਸਾਈ ਹੀ ਪਾਠ ਕਰਨਾ ਹੈਗਾ ਜੀ। ਦੂਜੀ ਪੰਕਤੀ ਵਿੱਚ ਹੈ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਸਾਈ ਮਨੇ ਪਰਮਾਤਮਾ, ਮਾਲਕ। ਇੱਥੇ ਲਿਖਿਆ ਹੋਇਆ ਸਾਈ ਹੈ ਪਰ ਇਹਦਾ ਅਰਥ ਹੈਗਾ ਮਾਲਕ, ਇਸ ਲਈ ਮਾਲਕ ਨੂੰ ਸਾਈ ਕਹਿੰਦੇ ਨੇ, ਸਾਈ ਨਹੀਂ ਕਹਿੰਦੇ। ਇਸ ਕਰਕੇ ਇਹਦੇ ਨਾਲ ਤੇ ਸੱਸੇ ਦੇ ਕੰਨੇ ਦੇ ਉੱਤੇ ਬਿੰਦੀ ਲਾ ਕੇ ਸਾਈ ਪਾਠ ਕਰਨਾ ਵੀ ਪਰਮਾਤਮਾ ਦਾ ਨਾਮ ਅਮੋਲਕ ਹੈ, ਇਹਦੀ ਕੋਈ ਕੀਮਤ ਨਹੀਂ ਜਾਣ ਸਕਦਾ ਜੀ। ਇਸ ਤਰ੍ਹਾਂ ਤੀਜੀ ਪੰਕਤੀ ਹੈ ਨਾਨਕ ਹਰ ਗੁਣ ਨਿਰਭਉ ਗਾਈ। ਇੱਥੇ ਗਾਈ ਕਿਰਿਆ ਹੈ, ਗਾਈ ਮੈਨੇ ਗਾਉਣਾ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਹਰੀ ਦੇ ਗੁਣ ਗਾਉਂਦਾ ਹਾਂ ਤੇ ਫਿਰ ਨਿਰਭਉ ਹੋ ਜਾਂਦਾ ਹਾਂ ਜੀ। ਤੇ ਇੱਥੇ ਗਾਈ ਕਿਰਿਆ ਹੈਗਾ, ਜਿੱਦਾਂ ਲਿਖਿਆ ਹੋਇਆ ਉਦਾਂ ਹੀ ਉਚਾਰਨ ਕਰਨਾ, ਬਿੰਦੀ ਨਹੀਂ ਲਾਣੀ ਹੈਗੀ। ਚੌਥੀ ਪੰਕਤੀ ਦੇ ਵਿੱਚ ਹੈ ਦੇਖ ਸਿੰਘ ਚਰਾਵਤ ਗਾਈ। ਇੱਥੇ ਗਾਈ ਦਾ ਮਤਲਬ ਗਊਆਂ, ਇੱਥੇ ਗਾਈ ਪਾਠ ਕਰਨਾ ਹੈਗਾ। ਜਿੱਦਾਂ ਲਿਖਿਆ ਹੋਇਆ ਉਦਾਂ ਪਾਠ ਨਹੀਂ ਕਰਨਾ, ਬਿੰਦੀ ਲਾ ਕੇ ਗਾਈ ਪਾਠ ਕਰਨਾ। ਪੰਜਵੀਂ ਤੁਕ ਹੈ ਡੱਡਾ ਡਰ ਉਪਜੈ ਡਰ ਜਾਈ। ਡੱਡਾ ਆਪਣੇ ਗੁਰਮੁਖ ਆਪਣਾ ਅੱਖਰ ਹੈਗਾ ਇੱਕ, ਉਸ ਨੂੰ ਸੰਬੋਧਨ ਕਰਕੇ ਗੁਰੂ ਸਾਹਿਬ ਕਹਿ ਰਹੇ ਨੇ ਜੇ ਡਰ ਉਪਜੈ ਡਰ ਜਾਈ। ਜੇ ਪਰਮਾਤਮਾ ਦਾ ਡਰ ਪੈਦਾ ਹੋ ਜਾਵੇ ਮਨ ਦੇ ਵਿੱਚ ਤਾਂ ਸੰਸਾਰਿਕ ਡਰ ਖਤਮ ਹੋ ਜਾਂਦੇ ਹਨ। ਇੱਥੇ ਜਿੱਦਾਂ ਲਿਖਿਆ ਹੋਇਆ ਡੱਡਾ, ਇਹਨੂੰ ਡੱਡਾ ਹੀ ਪਾਠ ਕਰਨਾ, ਇਹਦੇ ਤੇ ਬਿੰਦੀ ਨਹੀਂ ਲਾਣੀ, ਜਿੱਦਾਂ ਲਿਖਿਆ ਹੋਇਆ ਉਦਾਂ ਹੀ ਪਾਠ ਕਰਨਾ। ਤੇ ਅਗਲੀ ਪੰਕਤੀ ਹੈ ਹੰਸਾਂ ਹੀਰਾ ਮੋਤੀ ਚੁਗਣਾ ਬੱਗ ਡੱਡਾ ਭਾਲਣ ਜਾਵੇ। ਹੁਣ ਡੱਡਾ ਲਿਖਿਆ ਹੋਇਆ, ਅਸੀਂ ਹੁਣ ਜੇ ਡੱਡਾ ਭਾਲਣ ਜਾਵੇ ਕੀ ਅਰਥ ਬਣਿਆ? ਕੋਈ ਅਰਥ ਨਹੀਂ ਬਣਦਾ ਹੈਗਾ। ਇਸ ਨੂੰ ਡੱਡ ਤੋਂ ਬਣ ਗਿਆ ਡੱਡਾਂ। ਇਹ ਇੱਕ ਨਿਯਮ ਹੈ, ਸੰਤ ਦਾ ਸੰਤਾਂ, ਹੱਥ ਦਾ ਹੱਥਾਂ,
ਪੈਰ ਦਾ ਪੈਰਾਂ, ਅੱਖ ਦਾ ਅੱਖਾਂ। ਕੋਈ ਵੀ ਜਦੋਂ ਅਸੀਂ ਕਿਸੇ ਦਾ ਬਹੁਵਚਨ ਬਣਾਉਣੇ ਆ ਤਾਂ ਕੰਨਾਂ ਲਾ ਕੇ ਉੱਤੇ ਬਿੰਦੀ ਲਾ ਦਿੰਦੇ ਆ, ਇਸ ਲਈ ਇਹਨੂੰ ਡੱਡਾ ਨਹੀਂ ਪਾਠ ਕਰਨਾ, ਡੱਡਾਂ ਪਾਠ ਕਰਨਾ। ਡੱਡਾਂ ਦਾ ਮਤਲਬ ਹੈ ਹੁਣ ਜਿਹੜੇ ਬੱਗ ਹੁੰਦੇ ਨੇ ਉਹ ਡੱਡਾਂ ਭਾਲਣ ਜਾਂਦੇ ਨੇ ਜੀ, ਇੱਥੇ ਡੱਡਾਂ ਪਾਠ ਕਰਨਾ, ਉੱਤੇ ਬਿੰਦੀ ਲਾ ਕੇ ਉਚਾਰਨ ਕਰਨਾ ਜੀ। ਲੋਕੀ 68 ਤੀਰਥ ਨਹਾਈ ਜੀ, ਇੱਥੇ ਨਹਾਈ ਪਾਠ ਕਰਨਾ, ਅੱਧਾ ਹਾਹਾ ਉਚਾਰਨ ਕਰਕੇ ਨਾ ਨਹਾਈ ਪਾਠ ਕਰਨਾ, ਨਹਾਈ ਮੈਨੇ ਨਹਾਉਣਾ ਜੀ। ਅਗਲੀ ਹੈਗਾ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਇੱਥੇ ਨਾਈ ਦਾ ਮਤਲਬ ਹੈ ਵਡਿਆਈ, ਇੱਥੇ ਜਿੱਦਾਂ ਲਿਖਿਆ ਹੋਇਆ ਨਾਈ ਉਦਾਂ ਹੀ ਪਾਠ ਕਰਨਾ ਨਾਈ। ਅੱਗੇ ਹੈ ਨਾਈ ਉਧਰੋਂ ਸੈਨ ਸੇਵ, ਇਹ ਨਾਈ ਇੱਕ ਬਰਾਦਰੀ ਹੈ, ਜਾਤ ਦਾ ਹੈ, ਇੱਥੇ ਜਿੱਦਾਂ ਲਿਖਿਆ ਹੋਇਆ ਉਦਾਂ ਹੀ ਪਾਠ ਕਰਨਾ, ਅਰਥ ਵਿੱਚ ਚੇਂਜ ਹੋ ਗਿਆ ਨਾਈ। ਤੇ ਅੱਗੇ ਆ ਗਿਆ ਜੀ ਹਰ ਜੀਓ ਤੇਰੀ ਦਾਤੀ ਰਾਜਾਂ, ਵੀ ਹੇ ਅਕਾਲ ਪੁਰਖ ਜੀ ਤੇਰੀਆਂ ਦਿੱਤੀਆਂ ਹੋਈਆਂ ਪਦਾਰਥਾਂ ਨਾਲ, ਬਖਸ਼ਾਂ ਦੇ ਨਾਲ ਮੈਂ ਰੱਜਦਾ ਹਾਂ ਜੀ। ਰਾਜਾਂ ਮੈਨੇ ਰੱਜ ਜਾਣਾ, ਇੱਥੇ ਰਾਜਾਂ ਪਾਠ ਕਰਨਾ, ਜੱਜ ਦੇ ਕੰਨੇ ਦੇ ਉੱਤੇ ਬਿੰਦੀ ਲਾ ਕੇ ਰਾਜਾਂ ਪਾਠ ਕਰਨਾ ਹੈਗਾ। ਹੁਣ ਅਗਲੀ 11ਵੀਂ ਤੁਕ ਦੇ ਵਿੱਚ ਹੈ ਜਿਉਂ ਸੁਪਨੇ ਹੋਏ ਬੈਸਤ ਰਾਜਾ, ਵੀ ਜਿੱਦਾਂ ਕੋਈ ਬੰਦਾ ਸੁਪਨੇ ਦੇ ਵਿੱਚ ਰਾਜਾ ਬਣ ਕੇ ਬਹਿ ਜਾਵੇ, ਇੱਥੇ ਰਾਜਾ ਮਤਲਬ ਕਿੰਗ। ਹੁਣ ਇਸ ਨੂੰ ਇੱਥੇ ਬਿੰਦੀ ਨਹੀਂ ਲਾਣੀ, ਜਿੱਦਾਂ ਲਿਖਿਆ ਹੋਇਆ ਉਦਾਂ ਹੀ ਰਾਜਾ ਪਾਠ ਕਰਨਾ, ਜਿਉਂ ਸੁਪਨੇ ਹੋਏ ਬੈਸਤ ਰਾਜਾ, ਇੱਥੇ ਰਾਜਾ ਹੀ ਪਾਠ ਕਰਾਂਗੇ, ਰਾਜਾਂ ਪਾਠ ਨਹੀਂ ਕਰਨਾ, ਬਿੰਦੀ ਨਹੀਂ ਲਾਣੀ ਹੈਗੀ। ਪਹਿਲਾਂ ਅਸੀਂ ਅਰਥ ਕਰਾਂਗੇ, ਫਿਰ ਉਹਨੂੰ ਦੇਖਾਂਗੇ ਇਸਨੂੰ ਬੋਲਦੇ ਕਿੰਨਾ, ਜੇ ਉੱਥੇ ਫਿਰ ਉਹਦੇ ਹਿਸਾਬ ਨਾਲ ਬਿੰਦੀ ਲਾਉਣੀ ਹੈ, ਨਹੀਂ ਤਾਂ ਨਹੀਂ ਲਾਣੀ ਹੈਗੀ। ਅੱਗੇ 12ਵੀਂ ਤੁਕ ਆ ਗਈ ਜੀ ਗੁਣ ਕੀਰਤ ਨਿਧ ਮੋਰੀ ਜੀ, ਇੱਥੇ ਮੋਰੀ ਮੈਨੇ ਹੈਗਾ ਮੇਰੀ ਹਾਂਜੀ, ਇੱਥੇ ਜਿੱਦਾਂ ਲਿਖਿਆ ਹੋਇਆ ਮੋਰੀ, ਮੋਰੀ ਦੇ ਕਈ ਅਰਥ ਹੁੰਦੇ ਨੇ, ਮੋਰੀ ਮੈਨੇ ਗਲੀ ਵੀ ਹੁੰਦਾ, ਪਰ ਇੱਥੇ ਮੋਰੀ ਦਾ ਅਰਥ ਹੈਗਾ ਪ੍ਰਣਾਉ ਹੈ, ਮੋਰੀ ਮੈਨੇ ਮੇਰੀ। ਗੁਰ ਕੀਰਤ ਨਿਧ ਮੋਰੀ, ਜਿੱਦਾਂ ਲਿਖਿਆ ਹੋਇਆ ਉਦਾਂ ਹੀ ਪਾਠ ਕਰਨਾ, ਕੋਈ ਬਿੰਦੀ ਨਹੀਂ ਲਾਣੀ। ਅੱਗੇ ਆ ਗਿਆ ਮੋਰੀ ਰੁਣ ਝੁਣ ਲਾਇਆ ਭੈਣੇ ਸਾਬਣ ਆਇਆ। ਹੁਣ ਇਹਦੇ ਪਹਿਲਾਂ ਅਰਥ ਕਰੀਏ ਵੀ ਮੋਰਾਂ ਨੇ, ਮੋਰੀ ਮੈਨੇ ਮੋਰਾਂ ਨੇ ਰੁਣ ਝੁਣ ਲਾਇਆ, ਮੈਨੇ ਮਿੱਠੇ ਮਿੱਠੇ ਗੀਤ ਗਾਏ, ਹੇ ਭੈਣੇ ਮੋਰਾਂ ਨੇ ਮਿੱਠੇ ਮਿੱਠੇ ਗੀਤ ਗਾਏ, ਭੈਣੇ ਸਾਵਣ ਆਇਆ, ਕਿਉਂਕਿ ਸਾਵਣ ਦਾ ਮਹੀਨਾ ਜਦੋਂ ਆਉਂਦਾ ਉਦੋਂ ਮੋਰ ਮਿੱਠੇ ਮਿੱਠੇ ਗੀਤ ਗਾਉਂਦੇ ਨੇ, ਪਹਿਲਾਂ ਪਾਉਂਦੇ ਨੇ, ਖੁਸ਼ੀਆਂ ਮਨਾਉਂਦੇ ਨੇ। ਇੱਥੇ ਮੋਰੀ ਮੈਨੇ ਮੋਰਾਂ ਨੇ, ਜਿਵੇਂ ਮੋਰ ਦਾ ਆਪਾਂ ਪਹਿਲਾਂ ਪੜ੍ਹਿਆ ਸੀਗਾ ਵੀ ਕੰਨਾਂ ਲਾ ਕੇ, ਹੱਥ ਦਾ ਹੱਥਾਂ, ਪੈਰ ਦਾ ਪੈਰਾਂ, ਇਹ ਜਿਹੜੇ ਨਾਉਨ ਹੁੰਦੇ ਨੇ, ਜੇ ਇਹਨੂੰ ਬਿਹਾਰੀ ਲਾ ਕੇ ਉੱਤੇ ਆਪਾਂ ਬਹੁਵਚਨ ਬਣ ਜਾਂਦਾ, ਫਿਰ ਇਹਦੇ ਨਾਲ ਵੀ ਮੋਰੀ ਪਾਠ ਕਰਨਾ। ਜਿਵੇਂ ਹੱਥੀ, ਹੱਥੀ ਤਾਂ ਨਹੀਂ ਆਪਾਂ ਕਹਿੰਦੇ ਹੈਗੇ ਵੀ ਆਹ ਕੰਮ ਮੈਂ ਹੱਥੀ ਕੀਤਾ, ਹੱਥੀ ਤਾਂ ਨਹੀਂ ਕਹਿੰਦੇ, ਹੱਥੀ ਕਹਿੰਦੇ ਆ। ਮੈਂ ਪੈਰੀ ਚੱਲ ਕੇ ਆਇਆ, ਆਪਾਂ ਪੈਰੀ ਤਾਂ ਨਹੀਂ ਕਹਿੰਦੇ, ਲਿਖੇ ਪੜਾਂਗੇ ਇਹਨੂੰ ਪੈਰੀ, ਹੱਥੀ, ਅੱਖੀ, ਮੈਂ ਅੱਖੀ ਦੇਖਿਆ, ਉਥੇ ਅੱਖਾਂ ਨਾਲ, ਮਤਲਬ ਇਹਦੇ ਨਾਲ ਫਿਰ ਨਾ ਆਪਾਂ ਬਿੰਦੀ ਲਾ ਕੇ ਉਚਾਰਨ ਕਰਨਾ, ਫਿਰ ਇਹ ਬਹੁਤ ਵਚਨ ਬਣ ਜਾਂਦਾ, ਨਾਲ ਇਹਦਾ ਸੰਬੰਧ ਕੀ ਅਰਥ ਨਿਕਲਦਾ। ਮੋਰੀ ਰੁਣ ਝੁਣ ਲਾਇਆ ਭੈਣੇ ਸਾਬਣ ਆਇਆ, ਇੱਥੇ ਮੋਰੀ ਪਾਠ ਨਹੀਂ ਕਰਨਾ, ਪਹਿਲਾਂ ਅਸੀਂ ਬਾਣੀ ਪੜ੍ਹੀ, ਫਿਰ ਉਹਦੇ ਅਰਥ ਕੀਤੇ, ਫਿਰ ਉਹਨੂੰ ਦੇਖਣਾ ਵੀ ਇਹ ਇੱਕ ਵਚਨ ਹੈ ਜਾਂ ਬਹੁ ਵਚਨ ਹੈ। ਜੇ ਬਹੁ ਵਚਨ ਹੈਗਾ, ਜੇ ਇਹਦਾ ਸੰਬੰਧ ਕੀ ਅਰਥ ਹੈਗਾ ਮੋਰਾਂ ਨੇ, ਤਾਂ ਫਿਰ ਉਸੇ ਇਸ ਕਰਕੇ ਤਾਂ ਬਿੰਦੀ ਲਾਈ ਹੈ। ਅਸੀਂ ਸੋਚ ਕੇ ਸਮਝ ਕੇ ਫਾਰਮੂਲੇ ਦੇ ਹਿਸਾਬ ਨਾਲ ਫਿਰ ਬਿੰਦੀ ਲਾਣੀ ਆ, ਅੱਖਾਂ ਮਿਲ ਕੇ ਨਹੀਂ ਪਾਠ ਕਰਨਾ ਹੈਗਾ, ਸੋਚ ਕੇ ਸਮਝ ਕੇ ਪਾਠ ਕਰਨਾ। ਅੱਗੇ ਆ ਗਿਆ ਜੀ ਸੰਸਾਰ ਸਾਗਰ ਤੇ ਕੱਢਦੇ ਹਾਥੀ। ਹੁਣ ਕੀ ਅਰਥ ਬਣਿਆ ਜੀ, ਸੰਸਾਰ ਸਾਗਰ ਸਮੁੰਦਰ ਜਿਹੜਾ ਹੈਗਾ ਜੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਕੱਢਦੇ ਹਾਥੀ, ਹਾਥੀ ਕੱਢਣਾ ਇਹ ਚੋਂ, ਇੱਥੇ ਹੱਥ ਦਾ ਹਾਥੀ, ਹੱਥਾਂ ਨਾਲ ਜੀ, ਇੱਥੇ ਹਾਥੀ ਪਾਠ ਕਰਾਂਗੇ, ਹਾਥੀ ਜਿੱਦਾਂ ਲਿਖਿਆ ਹੋਇਆ ਉਦਾਂ ਪਾਠ ਨਹੀਂ ਕਰਨਾ, ਇਹਨੂੰ ਪਾਠ ਕਰਾਂਗੇ ਹਾਥੀ, ਹਾਥੀ ਮੈਨੇ ਹੱਥਾਂ ਦੇ ਨਾਲ। ਹੁਣ ਅਗਲੀ ਤੁਕ ਦੇ 15ਵੀਂ ਤੁਕ ਦੇ ਵਿੱਚ ਹੈ ਕਹਾਂ ਪਿਓ ਦਰ ਬਾਂਧੇ ਹਾਥੀ, ਵੀ ਕੀ ਹੋ ਗਿਆ ਜੇ ਤੇਰੇ ਕੋਲੇ ਹਾਥੀ ਬੰਨੇ ਹੋਣੇ, ਤੇਰੇ ਕੋਲ ਹਾਥੀ ਹੈਗੇ ਨੇ, ਹਾਥੀ ਇੱਥੇ ਜਾਨਵਰ ਹੈ, ਇੱਥੇ ਆਪਾਂ ਜਿੱਦਾਂ ਲਿਖਿਆ ਹੋਇਆ ਉਦਾਂ ਹੀ ਪਾਠ ਕਰਾਂਗੇ, ਹਾਥੀ ਹੀ ਪਾਠ ਕਰਾਂਗੇ। ਅੱਗੇ 16ਵੀਂ ਤੁਕ ਹੈ ਜੀ ਜਉ ਤੁਮ ਦੀਵਰਾ ਤਉ ਹਮ ਬਾਤੀ, ਬਾਤੀ ਕਹਿੰਦੇ ਬੱਤੀ ਨੂੰ, ਇੱਥੇ ਪ੍ਰਮਾਤਮਾ ਨੂੰ ਦੱਸਿਆ ਵੀ ਅਸੀਂ ਤਾਂ ਬੱਤੀ ਦੇ ਸਮਾਨ ਆ, ਕੁਝ ਵੀ ਨਹੀਂ ਹੈਗੇ, ਸਾਡੀ ਤਾਂ ਪਾਵਰ ਕੁਝ ਵੀ ਨਹੀਂ ਹੈਗੀ ਜੀ। ਇਹਨੂੰ ਬਾਤੀ ਜਿੱਦਾਂ ਲਿਖਿਆ ਹੋਇਆ, ਆਪਾਂ ਪੰਜਾਬੀ 'ਚ ਬੱਤੀ ਕਹਿੰਦੇ ਨੇ, ਹਿੰਦੀ 'ਚ ਬਾਤੀ ਕਹਿੰਦੇ ਆ, ਜਿੱਦਾਂ ਲਿਖਿਆ ਹੋਇਆ ਉਦਾਂ ਹੀ ਪਾਠ ਕਰਨਾ, ਬਾਤੀ ਹੀ ਪਾਠ ਕਰਨਾ। ਅੱਗੇ ਹੈ ਜੇ ਬਹੁ ਤੇਰਾ ਲੋਚੀ ਹੈ ਬਾਤੀ ਮੇਲ ਨਾ ਹੋਈ, ਵੀ ਜੇ ਤੂੰ ਪਰਮਾਤਮਾ ਨੂੰ ਮਿਲਣਾ ਚਾਹਣਾ ਤਾਂ ਗੱਲਾਂ ਦੇ ਨਾਲ ਪਰਮਾਤਮਾ ਨਹੀਂ ਮਿਲਦਾ ਹੈਗਾ, ਬਾਤੀ ਗੱਲਾਂ ਨਾਲ, ਬਾਤਾਂ ਨਾਲ,
ਬਾਤ ਦਾ ਬਣ ਗਿਆ ਬਾਤੀ, ਬਾਤੀ ਬਣ ਗਿਆ ਬਹੁ ਬਚਨ, ਇਸ ਕਰਕੇ ਇਹਨੂੰ ਬਾਤੀ ਪਾਠ ਕਰਨਾ, ਬਿਹਾਰੀ ਦੇ ਨਾਲ ਬਿੰਦੀ ਲਾ ਕੇ ਪਾਠ ਕਰਨਾ, ਬਾਤੀ ਮੇਲ ਨਾ ਹੋਈ। ਅੱਗੇ ਹੈ ਜੀ ਗਾਠੋ ਪੁੱਤਰੀ ਰਾਜ ਕੁਆਰ। ਜੋ ਗੁਰੂ ਨਾਨਕ ਦੇਵ ਜੀ ਲੰਕਾ ਗਏ ਉਦੋਂ ਸਿਮਨਾ ਰਾਜੇ ਨੇ ਇੱਕ ਕੰਡੀਸ਼ਨ ਰੱਖ ਦਿੱਤੀ ਵੀ ਜਿਹੜਾ ਕੋਈ ਆਵੇ ਉਹ ਬੜਾ ਦੁਖੀ ਹੋ ਗਿਆ, ਉਹਨੂੰ ਗੁਰੂ ਨਾਨਕ ਸਾਹਿਬ ਜੀ ਤਾਂ ਲੱਗੀ ਤੇ ਉਹ ਜਿਹੜਾ ਕੋਈ ਆਵੇ ਕਹੇ ਕਹਿੰਦੀ ਮਹੀਂ ਗੁਰੂ ਨਾਨਕ ਹੈ। ਜਦੋਂ ਉਹਨੇ ਪਰਖਿਆ ਤੇ ਉਹ ਪਖੰਡੀ ਨਿਕਲਣ ਉਹ ਹੈ ਜੀ। ਤੇ ਫਿਰ ਜਦੋਂ ਗੁਰੂ ਨਾਨਕ ਸਾਹਿਬ ਜੀ ਗਏ ਉਹਨਾਂ ਨੂੰ ਵੀ ਉੱਥੇ ਇਸਤਰੀ ਭੇਜੀ ਆ ਤੇ ਉਹ ਵੀ ਇਹਨਾਂ ਨੂੰ ਭਰਮਾਓ ਤੁਸੀਂ, ਜੇ ਭਰਮ ਗਿਆ ਤਾਂ ਇਹ ਪਖੰਡੀ ਹੈ। ਤੇ ਜੋ ਫਿਰ ਗੁਰੂ ਇੱਥੇ ਬਚਨ ਉਸੇ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ, ਗਾਠੋ ਪੁੱਤਰੀ ਰਾਜਕੁਆਰ। ਪੁੱਤਰੀ ਮੈਨੇ ਧੀ, ਉਹਨਾਂ ਨੂੰ ਧੀ ਕਿਹਾ ਵੀ ਜਾਓ ਪੁੱਤਰੀ ਰਾਜਕੁਆਰ ਧੀਓ ਤੁਸੀਂ ਜਾਓ ਜੀ। ਇੱਥੇ ਉਹਨੂੰ ਪੁੱਤਰੀ ਕਿਹਾ, ਇੱਥੇ ਪੁੱਤਰੀ ਜਿੱਦਾਂ ਲਿਖਿਆ ਹੋਇਆ ਉਦਾਂ ਹੀ ਪਾਠ ਕਰਨਾ ਪੁੱਤਰੀ। ਅੱਗੇ ਗਿਆ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮਰਟੀ ਹੈ। ਹੁਣ ਇੱਥੇ ਪੁੱਤਰੀ ਦਾ ਹੈਗਾ ਪੁੱਤਰਾਂ ਨੇ, ਹੁਣ ਪੁੱਤਰ ਦਾ ਬਹੁ ਵਚਨ ਬਿਹਾਰੀ ਲਾ ਕੇ ਪੁੱਤਰੀ ਵੀ ਪੁੱਤਰਾਂ ਨੇ, ਇਸ ਕਰਕੇ ਇੱਥੇ ਪੁੱਤਰੀ ਪਾਠ ਨਹੀਂ ਕਰਨਾ, ਪੁੱਤਰੀ ਪਾਠ ਕਰਨਾ ਵੀ ਪੁੱਤਰਾਂ ਨੇ ਗੁਰੂ ਸਾਹਿਬ ਦਾ ਹੁਕਮ ਨਹੀਂ ਮੰਨਿਆ ਹੈਗਾ। ਕਰ ਪੀਰੋਂ ਕੰਨ ਮਰਟੀਏ, ਆਪਣੇ ਗੁਰੂ ਤੋਂ ਉਹਨਾਂ ਨੇ ਮੋਢਾ ਮੋੜ ਲਿਆ, ਬੇਮੁਖ ਹੋ ਗਏ। ਮਤਲਬ ਹੁਣ ਆ ਗਿਆ ਪੁੱਤਰੀ ਤੇਰੀ ਬਿਲ ਕੀ ਠਾਟੀ। ਪੁੱਤਰੀ ਮੈਨੇ ਪੁਤਲਾ ਸਾਡਾ ਸਰੀਰ ਜੀ। ਇੱਥੇ ਜਿੱਦਾਂ ਲਿਖਿਆ ਹੋਇਆ ਪੁੱਤਰੀ ਹੀ ਪਾਠ ਕਰਨਾ। ਅੱਗੇ ਆ ਗਿਆ ਜੀ 21ਵਾਂ ਪੁਆਇੰਟ, ਕੂੜਾ ਸੌਦਾ ਕਰ ਗਏ ਗੋਰੀ ਆਏ ਪਏ। ਹੁਣ ਗੋਰੀ ਦੇ ਕਈ ਅਰਥ ਹੁੰਦੇ ਨੇ, ਗੋਰੀ ਮੈਨੇ ਸੁੰਦਰ ਵੀ ਹੁੰਦਾ, ਗੋਰੀ ਮੈਨੇ ਲਾਲ ਵੀ ਹੁੰਦਾ, ਪਰ ਇੱਥੇ ਹੁਣ ਅਸੀਂ ਦੇਖਣਾ ਵੀ ਗੋਰੀ ਦਾ ਅਰਥ ਕੀ ਹੈ। ਜਦੋਂ ਸਾਨੂੰ ਅਰਥ ਦਾ ਪਤਾ ਲੱਗ ਜੂਗਾ ਫਿਰ ਅਸੀਂ ਦੇਖਾਂਗੇ ਵੀ ਇੱਥੇ ਬਿੰਦੀ ਲਾਉਣੀ ਹੈ ਜਾਂ ਨਹੀਂ ਲਾਉਣੀ, ਵੀ ਇਹ ਇੱਕ ਵਚਨ ਹੈ ਜਾਂ ਬਹੁ ਵਚਨ ਹੈ। ਜਿਹੜੀ ਬਿਹਾਰੀ ਲੱਗੀ ਹੋਈ ਹੈ ਕਿਤੇ ਇਸਤਰੀ ਲਿੰਗ ਤਾਂ ਨਹੀਂ ਹੈ, ਇੱਕ ਵਚਨ ਤਾਂ ਨਹੀਂ ਹੈ। ਜੇ ਬਹੁ ਵਚਨ ਹੈ, ਸੰਬੰਧ ਕੀ ਹੈ, ਤੇ ਫਿਰ ਇਹਨੂੰ ਗੋਰੀ ਪਾਠ ਕਰਨਾ। ਹੁਣ ਇਹਦਾ ਪਹਿਲਾਂ ਅਰਥ ਕਰਾਂਗੇ ਜੀ। ਕੂੜਾ ਸੌਦਾ ਕਰ ਗਏ ਜੀਵ, ਆਪਣੇ ਸੰਸਾਰ ਵਿੱਚ ਆ ਕੇ ਕੂੜ ਦਾ ਸੌਦਾ ਕਰਕੇ ਗਏ ਨੇ, ਨਾਮ ਨਹੀਂ ਜਪਿਆ, ਚੰਗੇ ਕੰਮ ਨਹੀਂ ਕੀਤੇ ਹੈਗੇ। ਫਿਰ ਅਖੀਰ ਨੂੰ ਕੀ ਹੁੰਦਾ, ਗੋਰੀ ਆਏ ਪਏ। ਗੋਰ ਕਹਿੰਦੇ ਕਬਰ ਨੂੰ, ਗੋਰ ਦਾ ਬਣ ਗਿਆ ਗੋਰੀ, ਵੀ ਗੋਰਾਂ ਦੇ ਵਿੱਚ ਪੈ ਗਏ, ਮਤਲਬ ਖਤਮ ਹੋ ਗਏ। ਇੱਥੇ ਪਾਠ ਗੋਰੀ ਕਰਨਾ, ਗੋਰੀ ਨਾਲ ਕਬਰਾਂ ਵਿੱਚ। ਅੱਗੇ ਪਾਣੀ ਮੈਲਾ ਮਾਟੀ ਗੋਰੀ, ਇੱਥੇ ਗੋਰੀ ਮੈਨੇ ਹੁੰਦਾ ਲਾਲ, ਇੱਥੇ ਗੋਰੀ ਹੀ ਪਾਠ ਕਰਨਾ। ਅੱਗੇ ਆ ਗਿਆ ਗੋਰੀ ਸੇਤੀ ਟੁੱਟੇ ਪਧਾਰ। ਗੋਰੀ ਮੈਨੇ ਇਸਤਰੀ, ਇੱਥੇ ਗੋਰੀ ਦਾ ਅਰਥ ਹੈਗਾ ਇਸਤਰੀ। ਹੁਣ ਇਸਤਰੀ ਇੱਕ ਵਚਨ ਹੈ ਜੀ, ਤੇ ਇਹ ਬਹੁ ਵਚਨ ਨਹੀਂ ਹੈਗਾ, ਤੇ ਇਸ ਕਰਕੇ ਇਹਨੂੰ ਗੋਰੀ ਹੀ ਪਾਠ ਕਰਨਾ। ਅਰਥ ਬਣ ਜਾਏਗਾ ਇਸਤਰੀ, ਗੋਰੀ ਸੇਤੀ, ਗੋਰੀ ਇਸਤਰੀ ਦੇ ਨਾਲ ਪਧਾਰ ਦੀ ਅਣਬਣ ਹੋ ਗਈ, ਇਹਦਾ ਮਤਲਬ ਇਹ ਹੈ ਹੋ ਜਾਵੇ ਜੀ। ਮਤਲਬ ਇੱਥੇ ਪਾਠ ਜੀ ਇਦਾਂ ਕਰਨਾ ਹੈਗਾ। ਹੁਣ ਅੱਗੇ 24ਵਾਂ ਪੁਆਇੰਟ ਹੈ ਸਫਲ ਮੂਰਤ ਸਫਲ ਉਹ ਘੜੀ, ਵੀ ਉਹ ਮੂਰਤ, ਉਹ ਸਮਾਂ, ਉਹ ਘੜੀ ਸਫਲ ਹੈ। ਹੁਣ ਇਸੇ ਘੜੀ ਦਾ ਮਤਲਬ ਹੈ ਸਮਾਂ ਜੀ। ਇਹਨੂੰ ਘੜੀ ਮੈਨੇ ਘੜੀ ਜੀ, ਤੇ ਇਹਨੂੰ ਪਾਠ ਜਿੱਦਾਂ ਲਿਖਿਆ ਹੋਇਆ ਉਦਾਂ ਹੀ ਪਾਠ ਕਰਨਾ, ਘੜੀ ਪਾਠ ਕਰਨਾ, ਘੜੀ ਨਹੀਂ ਕਰਨਾ ਹੈਗਾ। ਜਿੱਦਾਂ ਲਿਖਿਆ ਹੋਇਆ ਉਦਾਂ ਹੀ ਘੜੀ ਪਾਠ ਕਰਨਾ। ਹੁਣ ਆ ਗਿਆ ਜੀ ਜਿਨਕੇ ਬੰਕੇ ਘੜੀ ਨਾ ਆਇਆ ਤਿਨ ਕਿਉਂ ਰਹਿਣ ਬਿਹਾਣੀ। ਇੱਥੇ ਬਾਬਰ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤੇ ਹੋਏ ਨੇ, ਉਹਨਾਂ ਦੇ ਵਿੱਚ ਇਹ ਪੰਕਤੀ ਆਉਂਦੀ ਹੈ ਵੀ ਬਾਂਕੇ ਮੈਨੇ ਸੋਹਣੇ ਜਵਾਨ, ਵੀ ਜਿਨ੍ਹਾਂ ਦੇ ਜਵਾਨ ਘਰਾਂ ਵਿੱਚ ਨਹੀਂ ਆਏ ਉੱਥੇ ਹੀ ਮਰ ਗਏ। ਉਹ ਇੱਥੇ ਘੜੀ ਨਾਲ ਹੈ ਘਰਾਂ ਦੇ ਵਿੱਚ, ਘਰ ਤੋਂ ਬਣ ਗਿਆ ਘੜੀ। ਇੱਥੇ ਘੜੀ ਪਾਠ ਨਹੀਂ ਕਰਨਾ, ਕਿਉਂਕਿ ਘੜੀ ਮੈਨੇ ਘਰਾਂ ਵਿੱਚ, ਜਿਹੜੇ ਘਰਾਂ ਵਿੱਚ ਵਾਪਸ ਨਹੀਂ ਮੁੜ ਕੇ ਆਏ, ਇਸ ਲਈ ਇਹਨੂੰ ਪਾਠ ਕਰਾਂਗੇ ਘੜੀ, ਘਰ ਤੋਂ ਘੜੀ। ਜਿਨਕੇ ਬੰਕੇ ਘੜੀ ਨਾ ਆਇਆ ਤਿਨ ਕਿਉਂ ਰਹਿਣ ਬਿਹਾਣੀ ਜੀ। ਉਪਰੋਕਤ ਤੁਕਾਂ ਤੋਂ ਇਹ ਸਪਸ਼ਟ ਹੋਇਆ ਹੈ ਕਿ ਗੁਰਬਾਣੀ ਵਿੱਚ ਇੱਕੋ ਜਿਹੇ ਸਰੂਪਾਂ ਵਾਲੇ ਸ਼ਬਦਾਂ ਦਾ ਉਚਾਰਨ ਬਿੰਦੀ ਲਾ ਕੇ ਜਾਂ ਬਿੰਦੀ ਤੋਂ ਬਿਨਾਂ ਅਰਥਾਂ ਅਨੁਸਾਰ ਕੀਤਾ ਜਾਂਦਾ ਹੈ। ਇਹ ਅਸੀਂ ਧਿਆਨ ਰੱਖਣੀ ਹੈ, ਗੱਲ ਪੱਕੀ ਯਾਦ ਰੱਖਣੀ ਹੈ, ਨੋਟ ਕਰਨੀ ਹੈ ਜੀ। ਜੇ ਬਿੰਦੀ ਦੀ ਅਯੋਗ ਵਰਤੋਂ ਕੀਤੀ ਜਾਵੇ, ਵੀ ਜਿੱਥੇ ਬਿੰਦੀ ਨਹੀਂ ਲਾਦੀ ਉੱਥੇ ਲਾ ਦਿਓ ਜਾਂ ਨਾ ਲਾਓ ਹੈ ਜੀ, ਜਾਂ ਯੋਗ ਥਾਵਾਂ ਤੇ ਬਿੰਦੀ ਨਾ ਲਾਈ ਜਾਵੇ ਤਾਂ ਅਰਥਾਂ ਦਾ ਅਨਰਥ ਹੋ ਜਾਂਦਾ ਹੈ। ਹੁਣ ਦੱਸੋ, ਆਪਾਂ ਨੇ ਬਾਣੀ ਪੜ੍ਹਨੀ ਆ ਸ਼ੁੱਧ, ਅਸੀਂ ਰੋਜ਼ ਇਹੀ ਅਰਦਾਸ ਕਰਦੇ ਹਾਂ ਵੀ ਹੇ ਸੱਚੇ ਪਾਤਸ਼ਾਹ ਸਾਨੂੰ ਸ਼ੁੱਧ ਬਾਣੀ ਪੜ੍ਹਨ ਦਾ ਬਲ ਬਖਸ਼ੋ, ਪਰ ਅਸੀਂ ਅਰਦਾਸ ਤਾਂ ਕਰੀ ਜਾਂਦੇ, ਕੋਸ਼ਿਸ਼ ਵੀ ਸਾਨੂੰ ਕਰਨੀ ਚਾਹੀਦੀ ਹੈ ਨਾ। ਤੇ ਜੇ ਮੈਂ ਅਰਦਾਸ ਕਰੀ ਜਾਵਾਂ ਵੀ ਹੇ ਸੱਚੇ ਪਾਤਸ਼ਾਹ ਮੈਨੂੰ ਡਾਕਟਰ ਬਣਾ ਦਿਓ, ਤੇ ਜੇ ਮੈਂ ਪੜ੍ਹਾਈ ਨਹੀਂ ਕੀਤੀ ਹੈਗੀ, MBBS ਨਹੀਂ ਕੀਤੀ, ਫਿਰ ਮੈਂ ਕਿੱਦਾਂ ਡਾਕਟਰ ਬਣ ਸਕਦਾ।
ਇਸ ਤਰ੍ਹਾਂ ਅਰਦਾਸ ਦੇ ਨਾਲ ਅਸੀਂ ਕੋਸ਼ਿਸ਼ ਵੀ ਕਰਨੀ ਹੈ ਕਿ ਗੁਰਬਾਣੀ ਨੂੰ ਕਿੱਦਾਂ ਪੜ੍ਹਨਾ। ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਨ। ਅੱਗੇ ਆ ਗਿਆ ਜੀ ਗੁਰਬਾਣੀ। ਹੁਣ ਅੱਗੇ ਸਵਾਲ ਇਹ ਹੁੰਦਾ ਵੀ ਗੁਰੂ ਸਾਹਿਬ ਨੇ ਬਿੰਦੀਆਂ ਕਿਉਂ ਨਹੀਂ ਲਾਈਆਂ, ਜੇ ਲਾ ਦਿੰਦੇ ਫੇਰ। ਹੁਣ ਇਹਦਾ ਜਵਾਬ ਅੱਗੇ ਲਿਖੇ ਨੇ, ਗੁਰਬਾਣੀ ਅੰਦਰ ਸ਼ਬਦਾਂ ਪਰ ਬਿੰਦੀ ਅਧਕ ਅਤੇ ਪੈਰ ਵਿੱਚ ਹਾਹਾ ਜਿੱਥੇ ਨਹੀਂ ਲਗਾਏ ਗਏ, ਉਸ ਦਾ ਮਤਲਬ ਇਹ ਨਹੀਂ ਕਿ ਅਜਿਹਾ ਕਰਨ ਵਿੱਚ ਭੁੱਲ ਹੋ ਗਈ ਹੈ। ਗੁਰੂ ਅਰਜਨ ਦੇਵ ਜੀ ਕਿੱਦਾਂ ਭੁੱਲ ਕਰ ਸਕਦੇ ਨੇ, ਆਪ ਨਰਾਇਣ ਸੀਗੇ। ਭਾਈ ਗੁਰਦਾਸ ਜੀ ਜਿਨ੍ਹਾਂ ਨੇ ਬਨਾਰਸ ਦੇ ਵਿੱਚ ਜਾ ਕੇ ਪੰਡਤਾਂ ਨੂੰ ਪੈਰੀਂ ਪਾਲ ਲਿਆ, ਸਾਰਿਆਂ ਨੇ ਉਹਨਾਂ ਦੀ ਇਹ ਮੰਨ ਲਈ, ਸੱਤ ਬੋਲੀਆਂ ਦੇ ਉਹ ਵਿਦਵਾਨ ਸੀਗੇ, ਤੇ ਉਹ ਕਿੱਦਾਂ ਗਲਤੀ ਕਰ ਸਕਦੇ ਨੇ ਲਿਖਣ ਦੇ ਵਿੱਚ। ਇਹ ਹੈ ਮਤਲਬ ਕਿ ਅਜਿਹਾ ਕਰਨ ਵਿੱਚ ਭੁੱਲ ਹੋ ਗਈ ਹੈ, ਕੋਈ ਭੁੱਲ ਨਹੀਂ ਹੋਈ ਜੀ। ਸਗੋਂ ਗੁਰਬਾਣੀ ਦੀ ਅਜਿਹੇ ਢੰਗ ਨਾਲ ਲਿਖਾਈ ਇਸ ਲਈ ਕੀਤੀ ਗਈ ਹੈ ਕਿ ਗੁਰਬਾਣੀ ਨੂੰ ਸੋਚ ਸਮਝ ਕੇ ਸੂਝ ਬੂਝ ਨਾਲ ਪ੍ਰਕਰਨ ਅਨੁਸਾਰ ਅਰਥ ਦੇ ਮੁਤਾਬਕ ਅਕਲ ਨਾਲ ਪੜ੍ਹਿਆ ਜਾਵੇ। ਇਹ ਆਪਣੇ ਲਿਖਿਆ ਜੀ ਇਹਦੇ ਵਿੱਚ ਵੀ ਗੁਰਬਾਣੀ ਨੂੰ ਕਿੱਦਾਂ ਪੜ੍ਹਨਾ। ਅੱਗੇ ਹੋਰ ਐਗਜ਼ਾਮਪਲਾਂ ਨੇ ਜੀ, ਉਹ ਮੈਂ ਨਹੀਂ ਭੇਜੀਆਂ ਇੱਧਰ, ਇਸ ਤੋਂ ਬਿਨਾਂ ਟਾਈਮ ਆਪਣੇ ਕੋਲ ਕਾਫੀ ਹੈਗਾ, ਥੋੜਾ ਜਿਹਾ ਹੋਰ ਕਰਕੇ ਦੇਖ ਲਈਏ ਜੀ। ਕਰ ਕਿਰਪਾ ਭਗਤੀ ਪ੍ਰਗਟਾਇਆ। ਹੁਣ ਇਸੇ ਸਿੱਖੋ ਜੀ, ਭਗਤੀ ਪਾਠ ਕਰਨਾ ਜਾਂ ਭਗਤੀ ਕਰਨਾ, ਭਗਤੀ ਜਾਂ ਭਗਤੀ। ਹੁਣ ਜੇ ਭਗਤੀ ਹੋ ਗਿਆ ਇਸਤਰੀ ਲਿੰਗ, ਪ੍ਰਗਟਾਇਆ ਹੋ ਗਿਆ ਕਿਰਿਆ ਪੁਲਿੰਗ ਦੀ। ਹੁਣ ਇਸਤਰੀ ਲਿੰਗ ਦੇ ਨਾਲ ਜਿਹੜੀ ਕਿਰਿਆ ਹੈਗੀ ਆ ਉਹ ਇਸ ਆਪਣੇ ਕਿੱਦਾਂ ਆ ਸਕਦੀ ਹੈ, ਪੁਲਿੰਗ ਕਿਰਿਆ ਕਿੱਦਾਂ ਆ ਸਕਦੀ ਹੈ, ਨਹੀਂ ਆ ਸਕਦੀ। ਮਤਲਬ ਇੰਨਾ ਕਹਿ ਸਕਦੀ ਲੜਕੀ ਖੇਡਦਾ ਹੈ, ਲੜਕੀ ਖੇਡਦੀ ਹੈ ਹੀ ਕਹਾਂਗੇ ਨਾ। ਜੇ ਇਸਤਰੀ ਲਿੰਗ ਨਾਉਨ ਹੈ ਉਹਦੇ ਨਾਲ ਇਸਤਰੀ ਲਿੰਗ ਹੀ ਕਿਰਿਆ ਆਏਗੀ, ਜੇ ਪੁਲਿੰਗ ਹੈ ਉਹਦੇ ਨਾਲ ਪੁਲਿੰਗ ਹੀ ਕਿਰਿਆ ਆਏਗੀ। ਤੇ ਇਸੇ ਤਰ੍ਹਾਂ ਕਰ ਕਿਰਪਾ ਭਗਤੀ ਪ੍ਰਗਟਾਇਆ, ਭਗਤੀ ਨੂੰ ਜੇ ਅਸੀਂ ਇਸਤਰੀ ਲਿੰਗ ਸਮਝ ਲਈਏ ਫਿਰ ਪ੍ਰਗਟਾਇਆ ਤਾਂ ਪ੍ਰਗਟਾਈ ਹੋਣਾ ਚਾਹੀਦਾ ਸੀ ਇੱਥੇ। ਹਾਂਜੀ, ਇਹਦਾ ਮਤਲਬ ਸਾਨੂੰ ਸਮਝ ਨਹੀਂ ਹੈਗੀ ਬਾਣੀ ਪੜ੍ਹਨ ਦੀ, ਨਹੀਂ ਅਰਥਾਂ ਦਾ ਸਾਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਬਾਣੀ ਇਹਦੇ ਅਰਥ ਕੀ ਬਣਨਗੇ। ਕਰ ਕਿਰਪਾ, ਪਰਮਾਤਮਾ ਨੇ ਕਿਰਪਾ ਕਰਕੇ ਭਗਤੀ, ਭਗਤ ਦਾ ਭਗਤੀ, ਭਗਤ ਇੱਕ ਬਚਨ ਹੋ ਗਿਆ, ਬਿਹਾਰੀ ਲੱਗ ਗਈ, ਨਾਲ ਸੰਬੰਧ ਕੀ ਅਰਥ ਆ ਗਿਆ, ਭਗਤਾਂ ਨੂੰ ਭਗਤੀ ਪਾਠ ਕਰਾਂਗੇ ਵੀ ਭਗਤ ਪ੍ਰਮਾਤਮਾ ਨੇ ਕਿਰਪਾ ਕਰਕੇ ਭਗਤਾਂ ਨੂੰ ਪ੍ਰਗਟ ਕਰ ਦਿੱਤਾ। ਜਿਵੇਂ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆ ਰਾਮ ਰਾਜੇ। ਹਾਂਜੀ, ਪ੍ਰਮਾਤਮਾ ਨੇ ਭਗਤ ਪੈਦਾ ਕੀਤੇ ਨੇ, ਪ੍ਰਗਟ ਕੀਤੇ ਨੇ। ਇੱਥੇ ਭਗਤੀ ਪਾਠ ਨਹੀਂ ਕਰਨਾ, ਅਰਥ ਦੇ ਮੁਤਾਬਕ ਭਗਤੀ ਪਾਠ ਕਰਨਾ। ਕਰ ਕਿਰਪਾ ਭਗਤੀ ਪ੍ਰਗਟਾਇਆ। ਹੁਣ ਅਗਲੀ ਤੁਕ ਦੇ ਵਿੱਚ ਫੇਰ ਭਗਤੀ ਲਿਖਿਆ ਹੋਇਆ। ਹੁਣ ਉੱਥੇ ਦੇਖਾਂਗੇ ਵੀ ਇੱਥੇ ਭਗਤੀ ਪਾਠ ਕਰਨਾ ਜਾਂ ਭਗਤੀ ਕਰਨਾ। ਭਗਤੀ ਸਾਰ ਨਾ ਜਾਣਨੀ ਮਨਮੁਖ ਹੰਕਾਰੀ। ਜਿਹੜੇ ਮਨਮੁਖ ਹੁੰਦੇ ਨੇ ਉਹ ਹੰਕਾਰੀ ਹੁੰਦੇ ਨੇ, ਉਹ ਭਗਤੀ ਦੀ ਸਾਰ ਨਹੀਂ ਜਾਣਦੇ, ਕਦਰ ਨਹੀਂ ਜਾਣਦੇ। ਹੁਣ ਇੱਥੇ ਭਗਤੀ ਇਸਤਰੀ ਲਿੰਗਾ, ਇਹਦਾ ਮਤਲਬ ਭਗਤੀ ਦੀ ਉਹ ਸਾਰ ਨਹੀਂ ਜਾਣਦੇ। ਇੱਥੇ ਭਗਤੀ ਪਾਠ ਨਹੀਂ ਕਰਨਾ, ਬਿੰਦੀ ਨਹੀਂ ਲਾਉਣੀ, ਇਹਨੂੰ ਭਗਤੀ ਜਿੱਦਾਂ ਲਿਖਿਆ ਹੋਇਆ ਉਦਾਂ ਹੀ ਪਾਠ ਕਰਨਾ ਹੈ। ਭਗਤੀ ਸਾਰ ਨਾ ਜਾਣਨੀ ਮਨਮੁਖ ਹੰਕਾਰੀ। ਅੱਗੇ ਅਗਲੀ ਤੁਕ ਹੈ ਜੀ, ਹਰ ਰੁੱਖੀ ਰੋਟੀ ਖਾਏ ਸੰਭਾਲੇ। ਜੀ, ਹਰ ਰੁੱਖੀ ਰੋਟੀ ਖਾਏ ਸੰਭਾਲੇ। ਰੁੱਖੀ ਰੋਟੀ ਹੁੰਦੀ ਆ ਬੇਹੀ ਰੋਟੀ, ਹਾਂਜੀ, ਬਿਨਾਂ ਸਬਜ਼ੀ ਤੋਂ ਰੁੱਖੀ ਕਹਿ ਲਓ ਉਹਨੂੰ ਜੀ। ਮੈਂ ਰੁੱਖੀ ਰੋਟੀ ਖਾਧੀ ਅੱਜ, ਕੋਈ ਨਾਲ ਸਬਜ਼ੀ ਸੁਬਜ਼ੀ ਹੈ ਨਹੀਂ ਸੀ। ਰੁੱਖੀ ਇੱਥੇ ਜਿੱਦਾਂ ਲਿਖਿਆ ਹੋਇਆ ਆਪਾਂ ਰੁੱਖੀ ਬੋਲਦੇ ਹਾਂ, ਰੁੱਖੀ ਰੋਟੀ ਜਿੱਦਾਂ ਲਿਖਿਆ ਹੋਇਆ ਉਦਾਂ ਹੀ ਬੋਲਣਾ। ਹਰ ਰੁੱਖੀ ਰੋਟੀ ਖਾਏ ਸੰਭਾਲੇ। ਹੁਣ ਅਗਲੀ ਤੁਕ ਦੇ ਵਿੱਚ ਫੇਰ ਰੁੱਖੀ ਲਿਖਿਆ ਹੋਇਆ, ਸਪੈਲਿੰਗ ਉਹੀ ਨੇ। ਹੁਣ ਉੱਥੇ ਦਾ ਅਰਥ ਦੇਖਣਾ ਵੀ ਇਹਦਾ ਅਰਥ ਕੀ ਹੈ, ਉਹਨੂੰ ਇੱਕ ਵਚਨ ਹੈ ਜਾਂ ਬਹੁ ਵਚਨ ਹੈ। ਤੇ ਹੁਣ ਦੇਖੀ ਪਹਿਲਾਂ ਪੰਕਤੀ ਪੜ੍ਹੀਏ ਜੀ, ਗੁਰੂ ਨਾਨਕ ਕੋ ਪ੍ਰਭੂ ਦਿਖਾਇਆ ਜਲ ਥਲ ਤ੍ਰਿਭਵਨ ਰੁੱਖੀ। ਹੁਣ ਇਹਦੇ ਅਰਥ ਕਰੋ ਜੀ, ਜਲ ਵਿੱਚ, ਥਲ ਵਿੱਚ, ਤ੍ਰਿਭਵਨ ਵਿੱਚ ਰੁੱਖੀ। ਰੁੱਖੀ ਦਾ ਕੀ ਬਣ ਗਿਆ, ਰੁੱਖੀ ਰੋਟੀ ਬਣਿਆ, ਇਹ ਤਾਂ ਅਰਥ ਹੀ ਗਲਤ ਹੋ ਗਏ ਜੀ। ਹੁਣ ਇੱਥੇ ਰੁੱਖ ਦਾ ਬਣ ਗਿਆ ਰੁੱਖੀ। ਰੁੱਖ ਕਹਿੰਦੇ ਦਰਖਤ ਨੂੰ, ਰੁੱਖਾਂ ਦੇ ਵਿੱਚ, ਮਤਲਬ ਇੱਥੇ ਵੀ ਰੁੱਖ ਤੋਂ ਬਿਹਾਰੀ ਲਾ ਕੇ ਬਹੁ ਵਚਨ ਬਣ ਗਿਆ ਰੁੱਖੀ, ਰੁੱਖਾਂ ਵਿੱਚ। ਇਸ ਕਰਕੇ ਇਹਨੂੰ ਪਾਠ ਰੁੱਖੀ ਨਹੀਂ ਕਰਨਾ, ਆਪਣੇ ਕੋਲੋਂ ਬਿੰਦੀ ਲਾ ਕੇ ਰੁੱਖੀ ਪਾਠ ਕਰਾਂਗੇ। ਜੇ ਅਸੀਂ ਬਿੰਦੀ ਨਹੀਂ ਲਾਵਾਂਗੇ ਤਾਂ ਗਲਤ ਪਾਠ ਹੋ ਗਿਆ, ਅਰਥ ਵੀ ਗਲਤ ਹੋ ਗਏ। ਹੁਣ ਜੇ ਸਹੀ ਅਰਥ, ਸਹੀ ਉਚਾਰਨ ਹੋ ਗਿਆ ਤਾਂ ਉਹਦਾ
अर्थ भी सही होणगे। गुरु नानक को प्रभु दिखाया जल थल तेरे भवन रुखी, इथे बिंदी ला के पाठ करना जी। हुण अगली है पंक्ति, कथा कहानी बेदी आनी पाप पुन विचार है जी। इथे बेदी चार बेद ने हिंदुआं दे, इथे बेद दा बन गया बेदी, बेदी पाठ नहीं करना, बेदी बेदां विच, इस करके बेदी पाठ करना, बिंदी ला के पाठ करना। कथा कहानी बेदी आनी पाप पुन विचार, भी बेदां दे अपने कथा कहानियां दे पुन पाप दी बेदां दे विच विचार हैगी आ भी किहड़ा पुन किहड़ा पाप है, ਇਹਦਾ अर्थ ਇਹ ਬਣਦਾ। ਅਸੀਂ ਭਾਵ अर्थ ਜਿਹਾ ਲੈਣਾ ਹੈਗਾ, ਪੂਰਾ अर्थ ਬੋਲਣ 'ਚ ਥੋੜਾ ਫਰਕ ਵੀ ਪੈ ਜਾਂਦਾ। ਅੱਗੇ ਆ ਗਿਆ ਫਿਰ ਅਗਲੀ ਤੁਕ ਦੇ ਵਿੱਚ ਬੇਦੀ ਫੇਰ ਲਿਖਿਆ ਹੈ ਜੀ, ਨਾਦੀ ਬੇਦੀ ਪੜ੍ਹੇ ਪੁਰਾਣ। ਹੁਣ ਇਹਦੇ ਵਿੱਚ ਆਪਣੇ ਧਨਾ ਸਿੰਘ ਵਾਲਿਆਂ ਨੇ ਲਿਖਿਆ ਵੀ ਬੇਦੀ ਇੱਕ ਫਿਰਕਾ ਹੁੰਦਾ ਇੱਕ ਹੈ ਜੀ। ਉਹ ਨਾਦੀ ਬੇਦੀ, ਨਾਦੀ ਉਹ ਹੁੰਦੇ ਨੇ ਜਿਹੜੇ ਇੱਕ ਸ਼ਬਦ ਦਾ ਉਚਾਰਨ ਕਰਦੇ ਨੇ। ਬੇਦੀ ਪੜ੍ਹੇ ਪੁਰਾਣ, ਇੱਥੇ ਬੇਦੀ ਹੀ ਪਾਠ ਕਰਨਾ, ਬੇਦੀ ਪਾਠ ਨਹੀਂ ਕਰਨਾ ਹੈਗਾ। ਅੱਗੇ ਆ ਗਿਆ ਗੁਰ ਸ਼ਬਦੀ ਹਰ ਨਾਮ ਧਿਆਏ। ਹੁਣ ਗੁਰ ਸ਼ਬਦੀ ਨੇ ਗੁਰੂ ਦੇ ਸ਼ਬਦ ਦੁਆਰਾ, ਹੁਣ ਗੁਰੂ ਦੇ ਇਥੇ ਇਹਦਾ ਅਰਥ ਕੀਤੇ ਨੇ ਗੁਰੂ ਦੇ। ਇਹ ਜਿਹੜਾ ਸ਼ਬਦੀ ਆ ਗਿਆ ਬਹੁਵਚਨ ਆ ਗਿਆ, ਸ਼ਬਦ ਤੋਂ ਬਣ ਗਿਆ ਸ਼ਬਦੀ। ਇੱਥੇ ਸ਼ਬਦੀ ਪਾਠ ਕਰਨਾ, ਸ਼ਬਦੀ ਪਾਠ ਨਹੀਂ ਕਰਨਾ, ਉੱਥੇ ਬਿੰਦੀ ਲਾ ਕੇ ਪਾਠ ਕਰਨਾ, ਇਹ ਬਹੁਵਚਨ ਹੈ ਜੀ। ਗੁਰ ਸ਼ਬਦੀ ਹਰ ਨਾਮ ਤੇ ਆਏ। ਹੁਣ ਅਗਲੀ ਤੁਕ ਦੇ ਵਿੱਚ ਸ਼ਬਦੀ ਫੇਰ ਪਾਠ ਲਿਖਿਆ ਹੋਇਆ, ਇੱਕ ਸ਼ਬਦੀ ਬਹੁ ਰੂਪ ਅਵਧੂਤਾ। ਹੁਣ ਇੱਕ ਸ਼ਬਦੀ, ਹੁਣ ਇੱਕ ਸ਼ਬਦ ਇੱਥੇ ਇੱਕ ਮੂਹਰੇ ਇੱਕ ਲਿਖਿਆ ਹੋਇਆ, ਇਸ ਕਰਕੇ ਸ਼ਬਦੀ ਬਹੁਵਚਨ ਨਹੀਂ ਹੋ ਸਕਦਾ, ਇਸ ਕਰਕੇ ਇੱਥੇ ਬਿੰਦੀ ਨਹੀਂ ਲਾਣੀ। ਇੱਕ ਸ਼ਬਦੀ, ਇੱਕ ਸ਼ਬਦੀ ਹੁੰਦੇ ਨੇ ਜਿਹੜੇ ਇੱਕ ਸ਼ਬਦ ਦਾ ਉਚਾਰਨ ਕਰਦੇ ਨੇ, ਔ ਲੱਖ ਏਦਾਂ ਬੋਲਦੇ ਨੇ, ਉਹਨਾਂ ਨੂੰ ਕਿਹਾ ਗਿਆ ਇੱਕ ਸ਼ਬਦੀ ਬਹੁ ਰੂਪ ਅਵਧੂਤਾ। ਇੱਥੇ ਇਹ ਸ਼ਬਦੀ ਇੱਕ ਵਚਨ ਹੈ, ਇਸ ਕਰਕੇ ਇੱਥੇ ਸ਼ਬਦੀ ਪਾਠ ਕਰਨਾ, ਸ਼ਬਦੀ ਪਾਠ ਨਹੀਂ ਕਰਨਾ। ਹੁਣ ਅਗਲੀ ਪੰਕਤੀ ਹੈ ਜੀ, ਇੰਦਰੀ ਜਿੱਤ। ਹੁਣ ਅਸੀਂ ਪਾਠ ਆਪਣੇ ਪਹਿਲਾਂ ਸੋਚਣਾ, ਪਹਿਲਾਂ ਪਾਠ ਕਰ ਲਓ ਜਿੱਦਾਂ ਵੀ ਹੈ। ਇੰਦਰੀ ਜਿੱਤ ਪੰਚ ਦੋਖ ਤੇ ਰਹਿਤ। ਹੁਣ ਇਹਦਾ ਮਤਲਬ ਇਹ ਬਣਿਆ ਵੀ ਇੰਦਰੀ ਜਿੱਤ, ਜੇ ਅਸੀਂ ਇੰਦਰੀਆਂ ਨੂੰ ਆਪਣੇ ਕਾਬੂ ਵਿੱਚ ਕਰ ਲਈਏ, ਜਿੱਤ ਲਈਏ ਹੈ ਜੀ, ਪੰਜ ਦੋਖ ਤੇ ਰਹਿਤ, ਤਾਂ ਪੰਜ ਜਿਹੜੇ ਦੋਖ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਉਹ ਤੋਂ ਅਸੀਂ ਰਹਿਤ ਹੋ ਜਾਾਂਗੇ, ਮੁਕਤ ਹੋ ਜਾਾਂਗੇ। ਹੁਣ ਇੱਥੇ ਇੰਦਰੀ ਬਹੁ ਵਚਨ ਹੈ, ਇਸ ਕਰਕੇ ਇੰਦਰੀ ਪਾਠ ਕਰਨਾ। ਇੰਦਰੀ ਜਿੱਤ ਪੰਜ ਦੋਖ ਤੇ ਰਹਿਤ, ਇਹ ਇੰਦਰੀ ਇੱਥੇ ਬਹੁ ਵਚਨ ਹੈ, ਇਸ ਕਰਕੇ ਇੰਦਰੀ ਪਾਠ ਕਰਨਾ। ਅਗਲੀ ਤੁਕ ਦੇ ਵਿੱਚ ਇੰਦਰੀ ਫੇਰ ਲਿਖਿਆ ਹੋਇਆ, ਉਹਦਾ ਫਿਰ ਆਪਾਂ ਅਰਥ ਕਰਾਂਗੇ, ਫਿਰ ਦੇਖਾਂਗੇ ਵੀ ਇੱਥੇ ਬਿੰਦੀ ਲਾਣੀ ਹੈ ਜਾਂ ਨਹੀਂ ਲਾਣੀ। ਪਚੇ ਪਤੰਗ ਮ੍ਰਿਗ ਭ੍ਰਿਗ ਕੁੰਚਰ ਮੀਨ ਇੱਕ ਇੰਦਰੀ ਪਕੜ ਸੰਘਾਰੈ। ਹੁਣ ਇੱਥੇ ਇੱਕ ਇੰਦਰੀ ਲਿਖਿਆ ਵੀ ਇੱਕ ਦੋਖ ਕਰਕੇ ਉਹ ਖਤਮ ਹੋ ਜਾਂਦੇ ਨੇ। ਹੁਣ ਇੱਥੇ ਇੰਦਰੀ ਪਾਠ ਕਰਨਾ, ਇੰਦਰੀ ਪਾਠ ਨਹੀਂ ਕਰਨਾ। ਇਹ ਮੂਹਰੇ ਇੱਕ ਵੀ ਲੱਗਿਆ ਹੋਇਆ, ਜਿਹਦੇ ਮੂਹਰੇ ਇੱਕ ਲੱਗ ਗਿਆ ਉਹ ਬਹੁਵਚਨ ਨਹੀਂ ਹੋ ਸਕਦਾ। ਇੱਥੇ ਇੱਕ, ਇੱਥੇ ਇਸ ਲਈ ਇੱਥੇ ਦਾ ਪਾਠ ਕਰਾਂਗੇ, ਇੱਕ ਇੰਦਰੀ ਪਕੜ ਸੰਘਾਰੈ। ਹੁਣ ਅੱਗੇ ਆ ਗਿਆ ਜੀ, ਸਾਧ ਸੇਵਾ ਬੜਭਾਗੀ ਪਾਈਐ। ਵੀ ਸਾਧ ਦੀ ਸੇਵਾ ਵੱਡੇ ਭਾਗਾਂ ਨਾਲ ਪਾਈ ਜਾਂਦੀ ਹੈ। ਇੱਥੇ ਬੜਭਾਗੀ ਪਾਠ ਨਹੀਂ ਕਰਨਾ, ਬੜਭਾਗੀ ਪਾਠ ਕਰਨਾ। ਬੜਭਾਗ ਬੜਭਾਗੀ, ਇਸੇ ਬਿੰਦੀ ਲਾ ਕੇ ਉਚਾਰਨ ਕਰਨਾ। ਹੁਣ ਅਗਲੀ ਤੁਕ ਦੇ ਵਿੱਚ ਬੜਭਾਗੀ ਫੇਰ ਲਿਖਿਆ ਹੋਇਆ ਜੀ। ਹੁਣ ਇੱਥੇ ਫੇਰ ਦੇਖਣਾ ਵੀ ਇਹ ਇੱਕ ਵਚਨ ਹੈ ਜਾਂ ਬਹੁ ਵਚਨ ਹੈ। ਲਿਖਿਆ ਹੋਇਆ ਸਪੈਲਿੰਗ ਉਹੀ ਨੇ, ਸੇਮ ਨੇ। ਐਸਾ ਕੋ ਬੜਭਾਗੀ ਆਇਆ, ਐਸਾ ਇੱਕ ਵਚਨ ਆ ਗਿਆ, ਉਹ ਇੱਕ ਵਚਨ ਆ ਗਿਆ। ਹੁਣ ਇਹ ਇੱਕ ਵਚਨ ਦੀ ਗੱਲ ਹੋ ਰਹੀ ਹੈ, ਇਸ ਲਈ ਇੱਥੇ ਬੜਭਾਗੀ ਦੇ ਉੱਤੇ ਬਿੰਦੀ ਨਹੀਂ ਲਾਣੀ। ਐਸਾ ਕੋ ਬੜਭਾਗੀ ਆਇਆ, ਇੱਥੇ ਬੜਭਾਗੀ ਪਾਠ ਨਹੀਂ ਕਰਨਾ, ਇੱਥੇ ਬੜਭਾਗੀ ਪਾਠ ਕਰਨਾ। ਹੁਣ ਅਗਲੀ ਪੰਕਤੀ ਹੈ ਜੀ, ਵਰਤ ਨੇਮ ਕਰੈ ਬਹੁ ਭਾਂਤੀ। ਬਹੁ ਭਾਂਤੀ ਮੇਰੇ ਬਹੁਤ ਤਰੀਕਿਆਂ ਨਾਲ ਜੀ। ਵਰਤ ਨੇਮ ਕਰੈ ਬਹੁ ਭਾਂਤੀ, ਜਿਹੜੇ ਬੰਦੇ ਨੇ ਉਹ ਕਈ ਤਰੀਕਿਆਂ ਨਾਲ ਉਹ ਵਰਤ ਨੇਮ ਕਰਦੇ ਨੇ ਹੈ ਜੀ। ਇੱਥੇ ਬਹੁ ਇਹਨੂੰ ਭਾਂਤੀ ਪਾਠ ਕਰਨਾ, ਇਹ ਭਾਂਤ ਦਾ ਭਾਂਤੀ ਬਹੁ ਵਚਨ ਬਣ ਗਿਆ, ਇੱਥੇ ਭਾਂਤੀ ਪਾਠ ਕਰਨਾ ਜੀ। ਏਕੋ ਹਾਟ ਸਭਨਾ ਸਿਰ ਬੰਜਾਰੇ ਇੱਕ ਭਾਤੀ। ਹੁਣ ਇੱਥੇ ਇੱਕ ਭਾਤੀ ਆ ਗਿਆ, ਭਾਤੀ ਦੇ ਮੂਹਰੇ ਇੱਕ ਲੱਗ ਗਿਆ, ਇਹ ਇੱਕ ਵਚਨ ਹੈ। ਇੱਥੇ ਭਾਂਤੀ ਪਾਠ ਨਹੀਂ ਕਰਨਾ, ਭਾਤੀ ਪਾਠ ਕਰਨਾ ਹੈਗਾ ਜੀ। ਜੇ ਇੱਕ ਵਚਨ ਹੋਵੇ ਫਿਰ ਬਿੰਦੀ ਨਹੀਂ ਲਾਣੀ, ਜੇ ਬਹੁ ਵਚਨ ਹੋਵੇ ਤੇ ਫਿਰ ਬਿੰਦੀ ਲਗਾਣੀ ਹੈ। ਹੁਣ ਅੱਗੇ ਆ ਗਿਆ ਜੀ, ਸੇ ਜਨ ਲਾਗੈ ਗੁਰ ਕੀ ਪਾਈ। ਪਾਈ ਮੈਨੇ ਪੈਰ, ਸੇ ਜਨ ਲਾਗੇ, ਉਹ ਜਨ ਉਹ ਸੇਵਕ
ਲਾਗੇ ਲੱਗ ਗਏ, ਗੁਰ ਕੀ ਪਾਈ ਗੁਰੂ ਦੇ ਪੈਰਾਂ ਦੀ ਚਾਨੀ ਵਿੱਚ ਆ ਗਏ। ਮਤਲਬ ਜੀ ਇੱਥੇ ਪਾਈ ਦਾ ਮਤਲਬ ਪੈਰ, ਪਾਈ ਮੇਰੇ ਬਹੁਵਚਨ ਬਣ ਗਿਆ, ਇਸ ਕਰਕੇ ਇਹਨੂੰ ਪਾਈ ਪਾਠ ਕਰਨਾ, ਬਿੰਦੀ ਲਾ ਕੇ ਪਾਠ ਕਰਨਾ, ਪਾਈ। ਹੁਣ ਅੱਗੇ ਆ ਗਿਆ ਪਾਈ ਫੇਰ ਲਿਖਿਆ ਹੋਇਆ ਅਗਲੀ ਪੰਕਤੀ ਵਿੱਚ, ਉੱਥੇ ਅਸੀਂ ਦੇਖਣਾ ਇਹਨੂੰ ਪਾਈ ਪਾਠ ਕਰਨਾ ਜਾਂ ਕਿਸੇ ਹੋਰ ਤਰੀਕੇ ਨਾਲ ਕਰਨਾ, ਉੱਥੇ ਅਰਥ ਕੀ ਬਣਦੇ ਨੇ। ਜੇ ਬਹੁ ਤੇਰਾ ਪੜਿਆ ਹੋਵੇ, ਕੋ ਰਹੇ ਨਾ ਭਰੀਏ ਪਾਈ, ਕੋ ਰਹੇ ਨਾ ਭਰੀਏ ਪਾਈ। ਵੀ ਕੋਈ ਜਦੋਂ ਪਾਣੀ ਦੀ ਕੋਲੀ ਭਰ ਜਾਂਦੀ ਹੈ, ਇਹਦਾ ਮਤਲਬ ਇਹ ਹੈ ਜਦੋਂ ਸਾਡੇ ਸਵਾਸ ਪੂਰੇ ਹੋ ਜਾਂਦੇ ਨੇ, ਫਿਰ ਇਹ ਕਿਸੇ ਜੀਵੇ ਸੰਸਾਰ ਦੇ ਵਿੱਚ ਨਹੀਂ ਰਹਿੰਦਾ ਹੈਗਾ। ਇੱਥੇ ਪਾਈ ਮੈਨੇ ਹੁੰਦਾ ਕੌਲੀ, ਭਾਂਡਾ ਜੀ। ਇੱਥੇ ਪਾਈ ਪਾਠ ਕਰਨਾ, ਪਾਈ ਪਾਠ ਕਰਨਾ, ਪਾਈ ਨਹੀਂ ਕਰਨਾ ਹੈਗਾ, ਕੌਲੀ। ਜਦੋਂ ਪੁਰਾਣੇ ਜ਼ਮਾਨੇ 'ਚ ਏਦਾਂ ਹੁੰਦਾ ਸੀਗਾ, ਘੜੀਆਂ ਨਹੀਂ ਸੀ ਹੁੰਦੀਆਂ, ਇੱਕ ਕੌਲੀ ਲੈ ਕੇ ਉਹਦੇ 'ਚ ਗਲੀ ਕੱਢ ਦਿੰਦੇ ਸੀ। ਜਦੋਂ ਦਾ ਪਾਣੀ ਖਤਮ ਹੋ ਜਾਂਦਾ ਸੀ, ਪਾਣੀ ਨਿਕਲਦਾ ਰਹਿੰਦਾ ਸੀ, ਜਦੋਂ ਪਾਣੀ ਨਿਕਲਦਾ ਰਹਿੰਦਾ ਸੀਗਾ, ਉਹ ਕਹਿੰਦੇ ਵੀ ਇੰਨਾ ਟਾਈਮ ਹੋ ਗਿਆ, ਬਸ ਇਦਾਂ ਹੀ ਟਾਈਮ ਦੇਖਦੇ ਹੁੰਦੇ ਸੀ। ਉਹਨੂੰ ਪਾਈ ਕਹਿੰਦੇ ਨੇ ਜੀ। ਇਸ ਕਰਕੇ ਇਹ ਪਾਈ, ਇਹ ਇਸਤਰੀ ਲਿੰਗ ਹੈ, ਇੱਕ ਵਚਨ ਹੈ, ਇੱਥੇ ਪਾਈ ਪਾਠ ਨਹੀਂ ਕਰਨਾ, ਜਿੱਦਾਂ ਲਿਖਿਆ ਹੋਇਆ ਪਾਈ ਹੀ ਪਾਠ ਕਰਨਾ। ਹਰ ਜੀਓ ਸਾਚਾ ਸਾਚੀ ਨਾਈ, ਵੀ ਹਰੀ ਸੱਚਾ ਹੈ, ਉਹਦੀ ਵਡਿਆਈ ਵੀ ਸੱਚੀ ਹੈ। ਇੱਥੇ ਨਾਈ ਮੈਨੇ ਵਡਿਆਈ, ਜਿੱਦਾਂ ਲਿਖਿਆ ਹੋਇਆ ਪਾਠ ਵਡਿਆਈ, ਨਾਈ ਹੀ ਪਾਠ ਕਰਨਾ ਹੈਗਾ। ਹੁਣ ਅਗਲੀ ਤੁਕ ਵਿੱਚ ਲਿਖਿਆ ਨਾਈ ਉਧਰਿਓ ਸੈਨ ਸੇਬ, ਇੱਥੇ ਨਾਈ ਇੱਕ ਬਚਨ ਹੈਗਾ, ਇੱਕ ਬਰਾਦਰੀ ਹੈ, ਜਾਤ ਹੈ, ਵੀ ਉਹ ਨਾਈ ਦਾ ਇੱਥੇ ਜਿੱਦਾਂ ਲਿਖਿਆ ਹੋਇਆ ਉੱਥੇ ਵੀ ਇਦਾਂ ਹੀ ਪਾਠ ਕਰਨਾ। ਹੁਣ ਅਗਲੀ ਪੰਕਤੀ ਦੇ ਵਿੱਚ ਹੈਗਾ ਜੀ ਆਖੀ ਜੀ, ਜਾਤ ਜਨਮ ਨਾ ਦੀਸੈ ਆਖੀ ਲਿਖਿਆ ਹੋਇਆ। ਹੁਣ ਦੇਖ, ਜਾਤ ਜਨਮ, ਸਾਡੀ ਜਾਤ ਕੀ ਆ, ਸਾਡਾ ਜਨਮ ਕੀ ਹੈ ਜੀ। ਨਾ ਦੀਸੈ, ਇਹ ਦਿਖਦੇ ਨਹੀਂ, ਆਖੀ, ਆਖੀ ਮੈਨੇ ਕਹੀ ਹੈ ਜੀ। ਹੁਣ ਦੇਖੋ ਕੀ ਅਰਥ ਬਣ ਗਏ, ਜਿੱਦਾਂ ਲਿਖਿਆ ਹੋਇਆ ਉਦੋਂ ਹੀ ਪਾਠ ਕਰਾਂਗੇ, ਆਖੀ, ਆਖੀ ਮੈਨੇ ਕਹੀ ਹੈ ਜੀ। ਹੁਣ ਇਹਦਾ ਕੋਈ ਅਰਥ ਨਹੀਂ ਬਣਦਾ, ਇਹਦਾ ਮਤਲਬ ਸਾਡਾ ਉਚਾਰਨ ਸਹੀ ਨਹੀਂ ਹੈਗਾ। ਇਹਦੇ ਸਾਨੂੰ ਸੋਚਣਾ ਪਏਗਾ ਵੀ ਇਹ ਅਰਥ, ਸਹੀ ਅਰਥ ਇਸ ਪੰਕਤੀ ਦੇ ਕੀ ਬਣਦੇ ਨੇ, ਫਿਰ ਇਹਦਾ ਪਤਾ, ਉਚਾਰਨ ਸਾਨੂੰ ਪਤਾ ਲੱਗੇਗਾ। ਜਾਤ ਜਨਮ ਨਾ ਦੀਸੈ ਆਖੀ, ਪੰਜਾਬੀ 'ਚ ਕਹਿੰਦੇ ਅੱਖ, ਹਿੰਦੀ 'ਚ ਕਹਿੰਦੇ ਆਖ, ਆਂਖ। ਹੁਣ ਇਹਦਾ ਪਾਠ ਆਪਾਂ ਕਰਾਂਗੇ ਆਖੀ, ਵੀ ਅੱਖਾਂ ਦੇ ਨਾਲ ਜਾਤ ਦੇ ਜਨਮ ਦਾ ਪਤਾ ਨਹੀਂ ਲੱਗਦਾ, ਵੀ ਇਹਦੀ ਜਾਤ ਕੀ ਹੈ ਕਿਸੇ ਬੰਦੇ ਦੀ, ਜਾਂ ਉਹਦਾ ਜਨਮ ਕਿਹੜੀ ਜਾਤ ਦੇ ਵਿੱਚ ਹੋਇਆ ਜੀ। ਇਸ ਕਰਕੇ ਇਹਨੂੰ ਆਖੀ ਪਾਠ ਨਹੀਂ ਕਰਨਾ, ਆਂਖੀ ਪਾਠ ਕਰਨਾ ਹੈਗਾ ਜੀ, ਬਿੰਦੀ ਲਾ ਕੇ ਪਾਠ ਕਰਨਾ, ਆਂਖੀ। ਹੁਣ ਅਗਲੀ ਤੁਕ ਦੇ ਵਿੱਚ ਆਖੀ ਫੇਰ ਲਿਖਿਆ ਹੋਇਆ। ਹੁਣ ਉੱਥੇ ਆਪਾਂ ਨੇ ਦੇਖਣਾ ਵੀ ਇਹਨੂੰ ਹੁਣ ਆਪਾਂ ਆਖੀ ਫੇਰ ਪਾਠ ਉਸੇ ਕਰੀਏ, ਹਰ ਥਾਂ ਤੇ ਬਿੰਦੀ ਲਾਈ ਚੱਲੀਏ ਕਿ ਨਾ ਲਾਈਏ। ਹੁਣ ਪਹਿਲਾਂ ਜੀ ਇਹਦੇ ਅਰਥ ਕਰਾਂਗੇ। ਕਿਆ ਉਪਮਾ ਤੇਰੀ ਆਖੀ ਜਾਏ, ਵੀ ਤੇਰੀ ਉਪਮਾ ਕਿਆ ਆਖੀ ਜਾਏ, ਕਹੀ ਨਹੀਂ ਜਾ ਸਕਦੀ। ਮਤਲਬ ਆਖੀ ਦਾ ਮਤਲਬ ਕਿਰਿਆ ਹੋ ਗਈ, ਵਰਬ ਹੋ ਗਿਆ। ਇੱਥੇ ਆਖੀ ਜਿੱਦਾਂ ਲਿਖਿਆ ਹੋਇਆ ਉਦਾਂ ਹੀ ਪਾਠ ਕਰਨਾ, ਆਪਣੇ ਕੋਲੋਂ ਬਿੰਦੀ ਕੋਈ ਨਹੀਂ ਲਾਣੀ। ਜੇ ਲਾਵਾਂਗੇ ਤਾਂ ਅਰਥ, ਉਚਾਰਨ ਗਲਤ ਹੋ ਜਾਏਗਾ, ਅਰਥ ਵੀ ਗਲਤ ਹੋ ਜਾਣਗੇ। ਕਿਆ ਉਪਮਾ ਤੇਰੀ ਆਖੀ ਜਾਏ, ਇੱਥੇ ਆਖੀ ਹੀ ਪਾਠ ਕਰਨਾ। ਹੁਣ ਅੱਗੇ ਹੈ ਜੰਪਰ ਬਾਧੋ ਲਹਿ ਸਜਾਈ, ਇੱਥੇ ਸਜਾਈ ਮੈਨੇ ਹੁੰਦਾ ਸਜਾ, ਇੱਥੇ ਜੱਜੇ ਦੇ ਪੈਰ ਦੇ ਵਿੱਚ ਬਿੰਦੀ ਲਾ ਕੇ ਸਜਾਈ ਪਾਠ ਕਰਨਾ, ਜਿੱਦਾਂ ਲਿਖਿਆ ਹੋਇਆ ਉਦਾਂ ਹੀ ਪਾਠ ਕਰਨਾ। ਜੱਜੇ ਦੇ ਪੈਰ ਦੇ ਵਿੱਚ ਬਿੰਦੀ ਲਾਣੀ ਹੈ ਜੀ। ਰਜਾਈ ਨਹੀਂ, ਬਿੰਦੀ ਈੜੀ ਦੀ ਬਿਹਾਰੀ ਨੂੰ ਤੇ ਬਿੰਦੀ ਨਹੀਂ ਲਾਣੀ ਹੈ। ਰਜਾਈ ਮੈਨੇ ਸਜਾ, ਇਹ ਇਸਤਰੀ ਲਿੰਗ ਹੈ, ਇੱਕ ਵਚਨ ਹੈ, ਇਸ ਤਰ੍ਹਾਂ, ਇਸ ਕਰਕੇ ਇਹਦੇ ਉੱਤੇ ਬਿੰਦੀ ਨਹੀਂ ਲਗਾਣੀ। ਅਗਲੀ ਪੰਕਤੀ ਦੇ ਉੱਤੇ ਫੇਰ ਇਦਾਂ ਲਿਖਿਆ ਹੋਇਆ ਰਜਾਈ, ਓੜਨਾ ਕਥਨੇ ਸਿਫਤ ਸਜਾਈ, ਓੜਨਾ ਕਥਨੇ ਸਿਫਤ ਸਜਾਈ। ਤੇ ਇਹ ਸਜਾਈ ਦਾ ਮਤਲਬ ਜੀ ਸੋਹਣੀਆਂ, ਤੇ ਸੋਹਣੀਆਂ ਬਹੁਤ ਵਚਨ ਬਣ ਗਿਆ, ਇਸ ਕਰਕੇ ਇਹਨੂੰ ਸਜਾਈ ਪਾਠ ਕਰਨਾ। ਓੜਨਾ ਕਥਨੇ ਸਿਫਤ ਸਜਾਈ। ਹੁਣ ਅੱਗੇ ਆ ਗਿਆ ਜੀ ਕੁੰਡੀ ਜੀ, ਮਗਰ ਮੱਛ ਫਾਈਐ ਕੁੰਡੀ ਜਾਲ ਬਤਾਏ। ਮਗਰ ਮੱਛ ਸਮੁੰਦਰ ਦੇ ਵਿੱਚ ਹੁੰਦੇ ਨੇ, ਪਾਣੀ 'ਚ ਹੁੰਦੇ ਨੇ, ਫਹਾਈਏ ਫੜਿਆ ਜਾਂਦਾ ਹੈਗਾ। ਕੁੰਡੀ, ਕੁੰਡੀ ਲਾਉਣੀ, ਕੁੰਡੀ ਦੇ ਵਿੱਚ ਕੁੰਡੀ ਲਾ ਕੇ ਉਹਨੂੰ ਫੜਿਆ ਜਾਂਦਾ ਹੈ ਜੀ। ਕੁੰਡੀ ਜਿੱਦਾਂ ਲਿਖਿਆ ਹੋਇਆ ਉਦਾਂ ਹੀ ਪਾਠ ਕਰਨਾ, ਕੁੰਡੀ ਜੀ। ਹੁਣ ਅਗਲੀ ਤੁਕ ਦੇ ਵਿੱਚ ਕੁੰਡੀ ਇਹੀ ਸਪੈਲਿੰਗ ਨੇ, ਉੱਥੇ ਦੇਖਾਂਗੇ ਹੁਣ ਕਿੱਦਾਂ ਪਾਠ ਕਰਨਾ, ਉੱਥੇ ਉਹਦਾ ਅਰਥ ਕੀ ਬਣਦੇ ਨੇ। ਅੰਤਰ ਬਹਿ ਕੇ ਕਰਮ ਕਮਾਵੇ, ਸੋ ਚੌਂ ਕੁੰਡੀ ਜਾਣੀਐ। ਜੇ ਕੋਈ ਬੰਦਾ ਅੰਦਰ ਬਹਿ ਕੇ ਲੁਕ ਕੇ ਮਾੜੇ ਕਰਮ ਕਰੇ, ਕਮਾਵੇ, ਉਹਦਾ ਵੀ
ਚੌਂ ਕੁੰਡੀ ਜਾਣੀ, ਉਹਦਾ ਵੀ ਚੌਂ ਜੁਗਾਂ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਉਹ ਜਾਣਿਆ ਜਾਂਦਾ, ਪਤਾ ਲੱਗ ਜਾਂਦਾ, ਗੁੱਝਾ ਨਹੀਂ ਰਹਿੰਦਾ ਪਰਮਾਤਮਾ ਦੇ ਦਰ ਦੇ ਉੱਤੇ। ਹੁਣ ਇਹ ਚੌਂ ਕੁੰਡੀ ਮੈਨੇ ਸਾਰਾ ਸੰਸਾਰ ਜੀ, ਇੱਥੇ ਚਾਰੇ ਪਾਸੇ ਕੁੰਡੀ, ਇਹ ਬਹੁਤ ਵਚਨ ਹੋਏਗਾ, ਕੁੰਡ ਦਿਸ਼ਾ ਨੂੰ ਕਹਿੰਦੇ ਆ, ਚਾਰੇ ਕੋਣਾ ਉੱਤਰ ਦੱਖਣ ਪੱਛਮ ਪੂਰਬ ਹੈ ਜੀ। ਇੱਥੇ ਆਪਾਂ ਕੁੰਡੀ ਪਾਠ ਕਰਾਂਗੇ, ਕੁੰਡੀ ਪਾਠ ਨਹੀਂ ਕਰਨਾ। ਕੁੰਡੀ ਦਾ ਅਰਥ ਹੋਰ ਬਣ ਜਾਏਗਾ, ਕੁੰਡੀ ਦਾ ਅਰਥ ਹੋਰ ਬਣ ਜਾਏਗਾ। ਅੰਤਰ ਵਹਿ ਕੇ ਕਰਮ ਕਮਾਵੈ, ਚੌਂ ਸੋ ਚੌਂ ਕੁੰਡੀ ਜਾਣੀ ਹੈ, ਇੱਥੇ ਕੁੰਡੀ ਪਾਠ ਕਰਨਾ। ਅਗਲੀ ਤੁਕ ਦੇ ਵਿੱਚ ਹੈ ਜੀ, ਕੋਲੂ ਚਰਖਾ ਚੱਕੀ ਚੱਕ। ਹੁਣ ਇਸੇ ਚੱਕੀ ਲਿਖਿਆ ਹੋਇਆ, ਹੁਣ ਚੱਕੀ ਦਾ ਕੀ ਅਰਥ ਹੁੰਦਾ, ਵੀ ਚੱਕ ਲਈ ਹਾਂਜੀ, ਉਠਾ ਲਈ। ਕੋਲੂ ਚਰਖਾ ਚੱਕੀ ਚੱਕ, ਹੁਣ ਕੋਲੂ ਹੋਇਆ, ਚਰਖਾ ਹੋਇਆ, ਚੱਕੀ ਹੋ ਗਿਆ, ਚੱਕ ਹੋ ਗਿਆ। ਇਹ ਸਾਨੂੰ ਚੱਕੀ ਤਾਂ ਹੁੰਦੀ ਹੈ ਦਾਣੇ ਪੀਣ ਵਾਲੀ, ਆਪਾਂ ਨੂੰ ਚੱਕੀ ਕਹਿੰਦੇ ਆ, ਇਸ ਕਰਕੇ ਇਹਨੂੰ ਚੱਕੀ ਪਾਠ ਨਹੀਂ ਕਰਨਾ। ਉੱਤੇ ਅਧਿਕ ਲਾ ਕੇ ਕੋਲੂ ਚਰਖਾ ਚੱਕੀ ਚੱਕ, ਇਹ ਚੱਕੀ ਦੇ ਉੱਤੇ ਅਧਿਕ ਲਾ ਕੇ ਚੱਕੀ ਪਾਠ ਕਰਨਾ ਜੀ। ਤੇ ਅਗਲੀ ਤੁਕ ਦੇ ਉੱਤੇ ਫਿਰ ਚੱਕੀ ਲਿਖਿਆ ਹੋਇਆ, ਅੱਖਰ ਸਪੈਲਿੰਗ ਉਹੀ ਨੇ। ਹੁਣ ਉਸੇ ਪਾ ਅਰਥ ਕਰਾਂਗੇ, ਇਹਦਾ ਅਰਥ ਕੀ ਬਣਿਆ, ਫਿਰ ਦੇਖਾਂਗੇ ਕਿੱਦਾਂ ਬਿੰਦੀ ਲਾਣੀ ਹੈ ਜਾਂ ਨਹੀਂ ਲਾਣੀ। ਉਗਬਨੋ ਤੈ ਆਸਵਨੋ, ਚੌਂ ਚੱਕੀ ਕੀਨ ਲੋਆ। ਉਗਬਨੋ ਤੇ ਆਸਵਨੋ ਮਤਲਬ ਜਦੋਂ ਸੂਰਜ ਚੜ੍ਹਦਾ ਤੇ ਜਦੋਂ ਸਿਰਦਾ, ਮਤਲਬ ਸਾਰਾ ਸੰਸਾਰ, ਸਾਰੀ ਹਰ ਇੱਕ ਥਾਂ ਦੇ ਉੱਤੇ ਚੌਂ ਚੱਕੀ, ਚਾਰੇ ਦਿਸ਼ਾਵਾਂ। ਹੁਣ ਇੱਥੇ ਚੱਕੀ ਦਿਸ਼ਾਵਾਂ ਵਾਸਤੇ ਆਇਆ ਜੀ, ਇਹ ਚੱਕੀ ਵਾਸਤੇ ਨਹੀਂ ਆਇਆ ਜੀ। ਇਹਨੂੰ ਚੱਕੀ ਪਾਠ ਕਰਾਂਗੇ, ਚੌਂ ਚੱਕੀ, ਚੱਕ ਦਾ ਚੱਕੀ, ਕੀਨ ਲੋਆ, ਪ੍ਰਕਾਸ਼ ਕੀਤਾ ਜੀ। ਹੁਣ ਅੱਗੇ ਆ ਗਿਆ ਜੀ, ਗੁਰ ਟੂਟੀ ਲੈ ਜੋਰੀ। ਗੁਰ ਟੂਟੀ ਲੈ ਜੋਰੀ, ਜੋਰੀ ਕਿਰਿਆ ਹੋ ਗਿਆ, ਜੋਰੀ ਦਾ ਹੁੰਦਾ ਜੋੜਨਾ ਹਾਂਜੀ, ਜਿੱਦਾਂ ਲਿਖਿਆ ਹੋਇਆ ਉਦਾਂ ਹੀ ਪਾਠ ਕਰਨਾ। ਅੱਗੇ ਆ ਗਿਆ ਜੀ, ਕਬੀਰ ਜੋਰੀ ਕੀਏ ਜੁਰਮ ਹੈ, ਕਹਿਤਾ ਨੌ ਹਲਾਲ। ਇੱਥੇ ਜੋਰੀ ਪਾਠ ਕਰਨਾ ਜੀ, ਜੱਜੇ ਪੈਰ ਚ ਬਿੰਦੀ ਲਾ ਕੇ ਜੋਰੀ ਪਾਠ ਕਰਨਾ ਜੀ। ਕਰਨਹਾਰ ਕੀ ਸੇਵਨਾ ਸਾਧੀ, ਵੀ ਕਰਨਹਾਰ ਮੈਨੇ ਜਿਹਨੇ ਸਾਰਾ ਸੰਸਾਰ ਪੈਦਾ ਕੀਤਾ, ਮਤਲਬ ਪਰਮਾਤਮਾ, ਉਹਦੀ ਸੇਵਨਾ ਸਾਧੀ, ਉਹਦੀ ਸੇਵਾ ਨਹੀਂ ਕੀਤੀ, ਸਾਧੀ ਮੈਨੇ ਕੀਤੀ। ਹੁਣ ਜਿੱਦਾਂ ਲਿਖਿਆ ਹੋਇਆ ਸਾਧੀ, ਸਾਧੀ ਹੀ ਪਾਠ ਕਰਨਾ। ਕਰਨਹਾਰ ਕੀ ਸੇਵਨਾ ਸਾਧੀ, ਸਾਧੀ ਮੈਨੇ ਕੀਤੀ, ਕਿਰਿਆ ਬਣ ਗਈ ਇਹ। ਹੁਣ ਅਗਲੀ ਪੰਨ ਦੇ ਵਿੱਚ ਸਾਧੀ ਫਿਰ ਲਿਖਿਆ ਹੋਇਆ, ਹੁਣ ਉੱਥੇ ਦੇਖਾਂਗੇ ਵੀ ਇਹਨੂੰ ਸਾਧੀ ਪਾਠ ਕਰਨਾ ਜਾਂ ਕੁਝ ਹੋਰ ਕਰਨਾ ਪਾਠ, ਸਪੈਲਿੰਗ ਉਹੀ ਨੇ। ਸਾਧ ਆਇਆ ਤਿੰਨ ਹਰ ਜਨਾ, ਸਾਧ ਆਇਆ ਤਿੰਨ ਹਰ ਜਨਾ, ਉਹਨਾਂ ਹਰੀ ਜਨਾਂ ਨੂੰ ਸਵਾਦ ਆ ਗਿਆ, ਚੱਖ ਸਾਧੀ ਡਿੱਠਾ। ਹੁਣ ਸਾਧੀ ਦਾ ਅਰਥ ਕੀ ਬਣਾਂਗੇ, ਸਾਧ ਤੋਂ ਬਣ ਗਿਆ ਸਾਧੀ, ਸਾਧਾਂ ਨੇ, ਸੰਤਾਂ ਨੇ ਹੈ ਜੀ। ਇੱਥੇ ਸਾਧੀ ਪਾਠ ਕਰਾਂਗੇ, ਬਿੰਦੀ ਲਾ ਕੇ, ਸਾਧੀ ਪਾਠ ਨਹੀਂ ਕਰਨਾ, ਸਾਧੀ ਬਿੰਦੀ ਲਾ ਕੇ ਪਾਠ ਕਰਾਂਗੇ, ਸਾਧਾਂ ਨੇ। ਹੁਣ ਅਗਲੀ ਤੁਕ ਲਿਖਿਆ, ਬਿਨ ਭਾਗਾ, ਲਿਖਿਆ ਹੋਇਆ ਬਿਨ ਭਾਗਾ। ਹੁਣ ਦੇਖਣਾ ਆਪਾਂ ਨੇ ਇਹ ਭਾਗਾ ਹੀ ਪੜ੍ਹਨਾ ਜਾਂ ਕੁਝ ਹੋਰ ਪੜ੍ਹਨਾ। ਬਿਨ ਭਾਗਾ, ਬਿਨਾਂ ਭਾਗਾਂ ਤੋਂ, ਭਾਗ ਦਾ ਭਾਗਾਂ ਬਹੁਵਚਨ ਕੰਨਾ ਲਾ ਕੇ, ਇਸ ਕਰਕੇ ਬਿਨ ਭਾਗਾਂ ਨਾਮ ਨਾ ਪਾਇਆ ਜਾਏ ਜੀ। ਆਮ ਲੋਕੀ ਭਾਗਾਂ ਹੀ ਪੜ੍ਹਦੇ ਨੇ, ਪਰ ਕਈ ਬੰਦੇ ਕਹਿੰਦੇ ਨੇ ਜਿੱਦਾਂ ਲਿਖਿਆ ਹੋਇਆ ਉਦਾਂ ਹੀ ਪੜ੍ਹਨਾ ਜੀ। ਲੇਕਿਨ ਫਿਰ ਉਹ ਕਿੱਦਾਂ ਉਚਾਰਨ ਬਣੇਗਾ, ਬਿਨ ਭਾਗਾ, ਭਾਗਾ ਮੈਨੇ ਭੱਜ ਜਾਣਾ ਜੀ। ਇੱਥੇ ਉਹਦਾ ਅਰਥ ਬਣਦਾ ਨਹੀਂ, ਬਿਨ ਭਾਗਾਂ ਮੈਨੇ ਬਿਨਾਂ ਭਾਗਾਂ ਤੋਂ, ਬਹੁਵਚਨ ਹੈ, ਭਾਗ ਦਾ ਭਾਗਾਂ। ਬਿਨ ਭਾਗਾਂ ਨਾਮ ਨਾ ਪਾਇਆ ਜਾਏ, ਵੀ ਬਿਨਾਂ ਭਾਗਾਂ ਤੋਂ ਨਾਮ ਪ੍ਰਾਪਤ ਨਹੀਂ ਹੁੰਦਾ। ਹੁਣ ਅਗਲੀ ਥਾਂ ਦੇ ਉੱਤੇ ਫੇਰ ਭਾਗਾ ਲਿਖਿਆ ਹੋਇਆ, ਉੱਥੇ ਦੇਖਾਂਗੇ ਪਾਠ ਕਿੱਦਾਂ ਕਰਨਾ। ਹਮਰਾ ਭਰਮ ਗਿਆ ਭਉ ਭਾਗਾ, ਹਮਰਾ ਭਰਮ ਗਿਆ, ਸਾਡਾ ਭਰਮ ਦੂਰ ਹੋ ਗਿਆ, ਭਉ ਭਾਗਾ ਡਰ ਦੂਰ ਹੋ ਗਿਆ, ਭਾਗਾ ਮੈਨੇ ਦੂਰ ਹੋ ਗਿਆ। ਇੱਥੇ ਭਾਗਾ ਕਿਰਿਆ ਹੈਗਾ ਜੀ, ਤੇ ਇਹਦਾ ਮਤਲਬ ਹੈ ਇਹਨੂੰ ਜਿੱਦਾਂ ਲਿਖਿਆ ਹੋਇਆ ਉਹਦਾ ਭਾਗਾ ਹੀ ਪਾਠ ਕਰਾਂਗੇ, ਭਾਗਾ ਪਾਠ ਨਹੀਂ ਕਰਨਾ। ਨਾਨਕ ਦਾਸ ਤਿਸ ਪੂਰਨ ਭਾਗਾ ਜੀ, ਨਾਨਕ ਦਾਸ ਤਿਸ ਪੂਰਨ ਭਾਗਾ। ਇੱਥੇ ਤਿਸ ਇੱਕ ਵਚਨ ਹੈ, ਇੱਥੇ ਚੰਗੇ ਭਾਗਾਂ ਵਾਲਾ, ਇੱਕ ਇਹਦਾ ਭਾਗਾ ਹੈਗਾ ਇੱਕ ਵਚਨ ਵਾਸਤੇ ਆ। ਇੱਥੇ ਵੀ ਆਪਾਂ ਨੇ ਪਾਠ ਭਾਗਾ ਹੀ ਕਰਨਾ, ਭਾਗਾ ਪਾਠ ਨਹੀਂ ਕਰਨਾ, ਬਿੰਦੀ ਨਹੀਂ ਲਾਣੀ। ਜੇ ਬਹੁ ਵਚਨ ਹੋਵੇ, ਸੰਬੰਧ ਕੀ ਅਰਥ ਹੋਣ ਤਾਂ ਬਿੰਦੀ ਲਾਣੀ, ਨਹੀਂ ਲਾਣੀ ਜੀ। ਨਾਨਕ ਦਾਸ ਤਿਸ ਪੂਰਨ ਭਾਗਾ। ਅੱਗੇ ਆ ਗਿਆ ਜੀ, ਸਿਰ ਸ਼ਾਹਾਂ ਪਾਤਸ਼ਾਹ ਜੀ। ਇੱਥੇ ਸ਼ਾਹਾਂ ਪਾਠ ਕਰਨਾ, ਜਿਹਦਾ ਅਰਥ ਹੁੰਦਾ ਬਾਦਸ਼ਾਹ। ਇੱਥੇ ਹਾਹੇ ਦੇ ਕੰਨੇ ਤੇ ਬਿੰਦੀ ਲਾ ਕੇ ਸ਼ਾਹਾਂ ਪਾਠ ਕਰਨਾ ਜੀ।
ਨਾਮ ਧਨ ਜਿਸ ਜਨ ਕੈ ਪਾਲੈ, ਨਾਮ ਧਨ ਜਿਸ ਜਨ ਕੈ ਪਾਲੈ, ਜਿਸ ਦੇ ਪੱਲੇ ਦੇ ਵਿੱਚ ਨਾਮ ਧਨ ਹੈ, ਜਿਹਨੇ ਨਾਮ ਖੱਟ ਲਿਆ, ਸੋਈ ਪੂਰੇ ਸ਼ਾਹ। ਇੱਥੇ ਸ਼ਾਹ ਪਾਠ ਕਰਾਂਗੇ, ਇੱਥੇ ਸੱਸੇ ਦੇ ਪੈਰ ਦੇ ਵਿੱਚ ਬਿੰਦੀ ਲਾ ਕੇ ਪਾਠ ਕਰਨਾ, ਸ਼ਾਹ ਵੀ ਉਹ ਪੂਰੇ, ਉਹ ਸੋਈ ਮੈਨੇ ਉਹ ਪੂਰਾ ਸ਼ਾਹ ਹੈਗਾ। ਉਹਨਾਂ ਦੇ ਸਾਹਾ ਸੰਜੋਗ ਵਿਆਹ ਵਿਜੋਗ, ਸਾਹਾ ਹੁੰਦਾ ਸ਼ੁਭ ਦਿਨ, ਇੱਥੇ ਪੈਰ 'ਚ ਬਿੰਦੀ ਨਹੀਂ ਲਾਣੀ, ਨਾ ਹਾਹੇ ਦੇ ਕੰਨੇ ਨੂੰ ਬਿੰਦੀ ਲਾਣੀ ਹੈ, ਸਾਹਾ ਵੀ ਨਹੀਂ ਕਰਨਾ ਹੈਗਾ। ਸਾਹਾ ਜਿੱਦਾਂ ਲਿਖਿਆ ਹੋਇਆ ਉਦਾਂ ਹੀ ਪਾਠ ਕਰਨਾ। ਸਾਹਾ ਸੰਜੋਗ ਵਿਆਹ ਵਿਜੋਗ। ਅਗਲੀ ਪੰਕਤੀ ਹੈ ਜੀ, ਰੇਮਨ ਲੇਖੇ ਚਾਲੈ, ਲੇਖੈ ਵੈਸੈ, ਲੇਖੇ ਲੈਂਦਾ ਸਾਹਾ। ਹੁਣ ਲੇਖੇ ਦੇ ਵਿੱਚ ਹੀ ਪ੍ਰਮਾਤਮਾ ਦੇ ਵਿੱਚ, ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਚੱਲਦੇ ਹਾਂ, ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਬੈਠਦੇ ਹਾਂ, ਸਾਰੇ ਕਾਰੋਬਾਰ ਆਪਾਂ ਪ੍ਰਮਾਤਮਾ ਦੇ ਹੁਕਮ ਵਿੱਚ ਹੀ ਕਰਦੇ ਹਾਂ। ਲੇਖੇ ਲੈਂਦਾ ਸਾਹਾ, ਇਹ ਜਿਹੜਾ ਜੀਵ ਹੈ ਇਹ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਸਾਹ ਲੈ ਰਿਹਾ। ਜੇ ਪ੍ਰਮਾਤਮਾ ਨੂੰ ਨਾ ਭਾਵੇ ਤਾਂ ਅਸੀਂ ਸਾਹ ਵੀ ਨਹੀਂ ਲੈ ਸਕਦੇ। ਇੱਥੇ ਸਾਹ ਦਾ ਮਤਲਬ ਹੁੰਦਾ ਸਵਾਸ ਲੈਣਾ। ਇੱਥੇ ਜਿੱਦਾਂ ਲਿਖਿਆ ਹੋਇਆ ਉਦਾਂ ਹੀ ਲਿਖਣਾ, ਉੱਤੇ ਬਿੰਦੀ ਨਹੀਂ ਲਾਣੀ, ਪੈਰ 'ਚ ਬਿੰਦੀ ਵੀ ਨਹੀਂ ਲਾਣੀ, ਸਾਹ ਜਿੱਦਾਂ ਲਿਖਿਆ ਉਦਾਂ ਹੀ ਪਾਠ ਕਰਨਾ, ਸਾਹਾ। ਹੁਣ ਕਾਫੀ ਬੰਦੇ ਪਾਠ ਏਦਾਂ ਕਰਦੇ ਨੇ, ਅਗਲੀ ਤੁਕ ਦਾ, ਬੱਗਾ ਬੱਗੇ ਕੱਪੜੇ ਤੀਰਥ ਮੰਝ ਬਸਨ, ਏਦਾਂ ਪਾਠ ਕਰਦੇ ਨੇ। ਹੁਣ ਇਹਦੇ ਅਰਥ ਕਰੋ ਕੀ ਬਣਿਆ, ਬੱਗਾ ਬੱਗੇ ਕੱਪੜੇ, ਬੱਗਾ ਬੱਗੇ, ਹੁਣ ਬੱਗ ਹੋ ਗਿਆ ਬਗਲਾ, ਇਹਨੂੰ ਲੱਗ ਗਿਆ ਕੰਨਾ, ਇਹਦਾ ਅਰਥ ਕਰੀਏ, ਬੱਗਾਂ ਦੇ ਬਗਲਿਆਂ ਦੇ ਬੱਗੇ ਕੱਪੜੇ ਹੁੰਦੇ ਹਨ, ਬੱਗਾਂ ਬੱਗੇ ਕੱਪੜੇ। ਹੁਣ ਇਸੇ ਬੱਗਾਂ ਪਾਠ ਕਰਨਾ, ਬੱਗਾ ਪਾਠ ਨਹੀਂ ਕਰਨਾ, ਕਿਉਂਕਿ ਬੱਗ ਤੋਂ ਕੰਨਾ ਲਾ ਕੇ ਬਹੁਵਚਨ ਬਣ ਗਿਆ ਤੇ ਨਾਲ ਇਹਦਾ ਸੰਬੰਧ ਕੀ ਆ ਗਿਆ, ਦੇ ਬੱਗਾਂ ਦੇ ਬਗਲਿਆਂ ਦੇ ਚਿੱਟੇ ਕੱਪੜੇ ਹੁੰਦੇ ਨੇ, ਤੀਰਥ ਮੰਝ ਬਸਾਨੋ, ਤੀਰਥਾਂ ਤੇ ਰਹਿੰਦੇ ਨੇ। ਇਸ ਕਰਕੇ ਭਾਵ ਅਰਥ ਦਾ ਇਹ ਹੈ, ਚਿੱਟੇ ਕੱਪੜੇ ਪਾ ਕੇ ਰੱਬ ਨਹੀਂ ਮਿਲਦਾ ਹੈਗਾ, ਭੇਖ ਨਾਲ ਰੱਬ ਨਹੀਂ ਮਿਲਦਾ ਹੈਗਾ। ਮਤਲਬ ਇਹਨੂੰ ਬੱਗਾਂ ਪਾਠ ਕਰਨਾ, ਬੱਗਾ ਪਾਠ ਨਹੀਂ ਕਰਨਾ। ਪਹਿਲਾਂ ਆਪਾਂ ਅਰਥ ਕਰਾਂਗੇ, ਫਿਰ ਇਹ ਦੇਖਾਂਗੇ ਵੀ ਇਹ ਬਹੁਵਚਨ ਹੈ ਜਾਂ ਇੱਕ ਵਚਨ ਹੈ। ਜੇ ਬਹੁਵਚਨ ਹੈ ਫਿਰ ਉੱਥੇ ਬਿੰਦੀ ਲਾ ਕੇ, ਉਹ ਵੀ ਤਾਂ ਜੇ ਸੰਬੰਧ ਕੀ ਅਰਥ ਨਿਕਲਦੇ ਹੋਣ। ਹੁਣ ਅੱਗੇ ਗਿਆ ਜੀ, ਬੱਗਾ ਫੇਰ ਲਿਖਿਆ ਹੋਇਆ ਜੀ, ਬੱਗਾ ਰੱਤਾ ਪੀਲਾ ਕਾਲਾ ਬੇਦਾਂ ਕਰੀ ਪੁਕਾਰ। ਹੁਣ ਇੱਥੇ ਜਿਹੜੇ 4 ਬੇਦ ਨੇ ਉਹਨਾਂ ਦੇ ਨਾਂ ਲਿਖੇ ਨੇ, ਇੱਕ ਬੱਗਾ, ਇੱਕ ਰੱਤਾ, ਰੱਤਾ ਮੈਨੇ ਲਾਲ, ਬੱਗਾ ਮੈਨੇ ਚਿੱਟਾ, ਪੀਲਾ ਮੈਨੇ ਪੀਲਾ, ਕਾਲਾ ਮੈਨੇ ਕਾਲਾ। ਇਹ ਉਹ ਬੇਦਾਂ ਦੀ ਦੱਸਿਆ ਹੋਇਆ, ਇਹਨੂੰ ਅਸੀਂ ਬੱਗਾ ਪਾਠ ਨਹੀਂ ਕਰਨਾ। ਇੱਕ ਬੇਦ ਦਾ ਨਾਂ ਨਾ ਹੈ, ਇੱਥੇ ਬੱਗਾ ਪਾਠ ਨਹੀਂ ਕਰਨਾ, ਇੱਥੇ ਪਾਠ ਕਰਾਂਗੇ ਬੱਗਾ ਰੱਤਾ ਪੀਲਾ ਕਾਲਾ ਬੇਦਾਂ ਕਰੀ ਪੁਕਾਰ। ਸੀਹਾਂ ਬਾਜਾਂ ਚਰਗਾਂ ਕੂਹੀਆਂ, ਇਹਨਾਂ ਖਵਾਲੇ ਘਾਹ। ਲਿਖਿਆ ਹੋਇਆ ਸੀਹਾਂ ਬਾਜਾ, ਲਿਖਿਆ ਹੋਇਆ ਸੀਹਾਂ ਬਾਜਾ, ਜਿੱਦਾਂ ਲਿਖਿਆ ਹੋਇਆ ਉਦਾਂ ਪਾਠ ਨਹੀਂ ਕਰਨਾ। ਸੀਹਾਂ ਉੱਤੇ ਹਾਹੇ ਦੇ ਕੰਨੇ ਦੇ ਉੱਤੇ ਬਿੰਦੀ ਲੱਗੀ ਹੈ, ਸ਼ੇਰ, ਬਾਜਾਂ ਬਾਜ ਜੀ, ਚਰਗਾਂ ਕੂਹੀਆਂ, ਇਹ ਸਾਰੇ ਬਹੁਵਚਨ ਨੇ, ਇਹਨਾਂ ਦੇ ਅਖੀਰਲੇ ਅੱਖਰ ਨੂੰ ਕੰਨਾ ਲੱਗਿਆ ਹੋਇਆ। ਇੱਥੇ ਸਾਰਿਆਂ ਦੇ ਉੱਤੇ ਆਪਾਂ ਨੇ ਬਿੰਦੀ ਲਾ ਕੇ ਪਾਠ ਕਰਨਾ। ਸੀਹਾਂ ਬਾਜਾਂ ਚਰਗਾਂ ਕੂਹੀਆਂ, ਇਹਨਾਂ ਖਵਾਲੇ ਘਾਹ। ਇਹ ਸਾਰੇ ਜਾਨਵਰ ਜਿਹੜੇ ਹੈਗੇ ਨੇ ਇਹ ਮਾਸ ਖਾਂਦੇ ਨੇ, ਪਰ ਜੇ ਰੱਬ ਨੂੰ ਭਾਵੇ ਤਾਂ ਇਹ ਘਾਹ ਚਰਨ ਵੀ ਲਾ ਦਿੰਦਾ ਹੈਗਾ ਜੀ। ਇਹਨਾਂ ਖਵਾਲੇ ਘਾਹ, ਇਹਨਾਂ ਨੂੰ ਘਾਹ ਚਰਨ ਵੀ ਲਾ ਦਿੰਦਾ। ਅੱਗੇ ਬਾਜਾ ਫੇਰ ਲਿਖਿਆ ਹੋਇਆ ਅਗਲੀ ਪੰਕਤੀ ਵਿੱਚ, ਚੇਤ ਅਚੇਤ ਮੂੜ ਮਨ ਮੇਰੇ। ਚੇਤ ਰੱਬ ਨੂੰ ਚੇਤੇ ਕਰ, ਅਚੇਤ ਮਨ ਗਾਫਲ ਮਨ, ਮੂੜ ਮਨ ਮੇਰੇ, ਮੂੜ ਮੈਨੇ ਮੂਰਖ ਮਨ ਮੇਰੇ, ਬਾਜੇ ਅਣਹੱਦ ਬਾਜਾ। ਇੱਥੇ ਬਾਜੇ ਮੈਨੇ ਵੱਜਦਾ ਹੈ, ਵੱਜਦੇ ਹਨ, ਇੱਥੇ ਬਾਜੇ ਹੀ ਪਾਠ ਕਰਨਾ, ਇੱਥੇ ਬਾਜੇ ਪਾਠ ਨਹੀਂ ਕਰਨਾ ਹੈਗਾ ਜੀ। ਬਾਜੇ ਅਣਹੱਦ ਬਾਜਾ, ਇੱਥੇ ਬਾਜਾ ਪਾਠ ਕਰਨਾ, ਬਾਜਾਂ ਪਾਠ ਨਹੀਂ ਕਰਨਾ ਹੈਗਾ। ਬਾਜਾ ਮੈਨੇ ਹਾਰਮੋਨੀਅਮ ਕਹਿ ਲਓ, ਤੁਸੀਂ ਕੋਈ ਸਾਜ਼ ਕਹਿ ਲਓ, ਇੱਥੇ ਬਾਜਾਂ ਪਾਠ ਨਹੀਂ ਕਰਨਾ। ਇਹ ਇੱਕ ਵਚਨ ਹੈ, ਬਾਜੇ ਅਣਹੱਦ ਬਾਜਾ, ਇੱਥੇ ਜਿੱਦਾਂ ਲਿਖਿਆ ਹੋਇਆ ਉਦਾਂ ਹੀ ਪਾਠ ਕਰਨਾ। ਇਸ ਲਈ ਸਾਰੀ ਅੱਜ ਦੀ ਵਿਚਾਰ ਦਾ ਰਿਜ਼ਲਟ ਇਹ ਨਿਕਲਿਆ ਵੀ ਬਿੰਦੀ ਅਸੀਂ ਕਿੱਥੇ ਲਾਣੀ ਹੈ, ਕਿੱਥੇ ਨਹੀਂ ਲਾਣੀ ਹੈਗੀ। ਜਿਹੜੇ ਜਿਹੜੇ ਸ਼ਬਦ ਬੋਲਣ ਦੇ ਵਿੱਚ ਬਿੰਦੀ ਨਾਲ ਬੋਲੇ ਜਾਂਦੇ ਨੇ ਉੱਥੇ ਆਪਾਂ ਬਿੰਦੀ ਲਾਣੀ ਹੈ। ਜਾਂ ਇਹ ਵੀ ਕਹਿ ਸਕਦੇ ਹਾਂ ਵੀ ਜਿਹੜੇ ਸ਼ਬਦ ਬਹੁਵਚਨ ਨੇ ਅਖੀਰ 'ਚ ਕੰਨਾ ਲੱਗਿਆ ਹੋਇਆ, ਜਾਂ ਸੰਬੰਧ ਕੀ ਅਰਥ ਦਿੰਦੇ ਨੇ, ਜਾਂ ਬਹੁਵਚਨ ਨੇ ਅਖੀਰਲੇ ਅੱਖਰ ਨੂੰ ਬਿਹਾਰੀ ਲੱਗੀ ਹੈ, ਉਹ ਵੀ ਸੰਬੰਧ ਕੀ ਅਰਥ ਨੇ ਦਿੰਦੇ ਨੇ, ਤਾਂ ਉੱਥੇ ਬਿੰਦੀ ਲਾ ਕੇ ਹੀ ਉਚਾਰਨ ਕਰਨਾ। ਅੱਜਾਂ ਥੋੜ੍ਹੀਆਂ ਆਪਾਂ ਨੇ ਅਰਥਾਂ ਨੇ ਵਿਚਾਰਾਂ ਕੀਤੀਆਂ ਨੇ।
ਪਾਠ ਕਰਨ ਲੱਗੇ, ਵਿਚਾਰ ਕਰਨ ਲੱਗੇ, ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ। ਬੰਦਾ ਭੁੱਲਣਹਾਰ ਹੈ। ਪ੍ਰਮਾਤਮਾ ਮਾਫ ਕਰੇ, ਸੰਗਤ ਮਾਫ ਕਰੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।